ਸ੍ਰੀ ਵਾਹਿਗੁਰੂ ਸਾਹਿਬ ਜੀ। ਲੱਖ 84 ਆਪ ਪਾਏ, ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਲੱਖ 84 ਆਪ ਪਾਏ, ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਬਿਨ ਭਗਤੀ ਵਿੱਚ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਇੰਦਾ। ਬਿਨ ਭਗਤੀ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਇੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਿਵਾਜ ਨ ਦੂਸਰ ਤੁਸੋ। ਭੂਲ ਛਿਮੋ ਹਮਰੀ ਪ੍ਰਭ ਆਪਨਾ, ਭੂਲਨ ਹਾਰ ਕਹਾਂ ਕੋ ਮੁਸੋ। ਸੇਵ ਕਰੀ ਤੁਮ ਰਹਿ ਤਿਨ ਕੈ, ਸਭ ਹੀ ਗ੍ਰਹਿ ਦੇਖੀਅਤ ਦਰਬ ਪਰੁਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੀ ਪੁਜਾਨ ਕੋ ਭਾਰੀ ਪਰੁਸੋ। ਨਹਿ ਸਮਰਥੰ ਨਹਿ ਸੇਵਕੰ, ਨਹਿ ਪ੍ਰੀਤ ਪਰਮ ਪੁਰਖੋਤਮੰ। ਤਵ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਗੁਰੂ ਗ੍ਰੰਥ ਕਲਯੁਗ ਭਇਓ, ਸ੍ਰੀ ਗੁਰੂ ਰੂਪ ਮਹਾਨ। ਦਸ ਪਾਤਸ਼ਾਹੀਆਂ ਰੂਪ ਇਹੋ, ਗੁਰੂ ਗ੍ਰੰਥ ਜੀ ਜਾਨ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰਾਜਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ, ਜਾਗਦੀ ਜੋਤ, ਜਾਹਰਾ ਜਹੂਰ, ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ, ਜਗਤ ਗੁਰੂ ਧੰਨ ਧੰਨ ਕਲਗੀਧਰ ਪਿਤਾ, ਬਾਲਾ ਪ੍ਰੀਤਮ ਸਰਬਨ ਸੁਦਾਨੀ, ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ, ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਜਨਮ ਭੂਮ ਪਟਨਾ ਹੈ ਮੇਰੀ, ਮਹਿਮਾ ਮਹਾ ਬਿਲੋਕਨ ਕੇਰੀ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ੍ਰੀ ਆਸਾ ਕੀ ਵਾਰ ਜੀ ਦੇ ਪਾਵਨ ਕੀਰਤਨ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਆਪ ਜੀਆਂ ਨੇ ਸਰਵਣ ਕੀਤੇ ਹਨ। ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਪਾਸੋਂ ਬੜੇ ਪ੍ਰੇਮ ਭਾਵਨਾ ਨਾਲ ਰਸ ਭਿੰਨਾ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ ਹੈ। ਹੁਣ ਜੋ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਤਖਤ ਸਾਹਿਬ ਦੀ ਮਰਿਆਦਾ ਅਨੁਸਾਰ, ਉਸ ਤੋਂ ਪਹਿਲਾਂ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਸੂਖਮ ਵਿਚਾਰ ਨਾਲ ਜੁੜਨਾ ਕਰੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਦੀ ਮੁਕੱਦਸ ਫਤਿਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਚਾਰਨ ਕਰੀਏ। ਗੱਜ ਵੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਤਨਾਸਰੀ ਰਾਗ ਦੇ ਵਿੱਚ ਪਾਵਨ ਸ਼ਬਦ ਉਚਾਰਨ ਕਰਦੇ ਨੇ। ਤਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨ ਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤਨਾਸਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਨੇ। ਤਨਾਸਰੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਰਤੀ ਦਾ ਉਚਾਰਨ ਕੀਤਾ ਹੈ। ਭਗਤਾਂ ਨੇ ਵੀ ਆਰਤੀ ਤੇ ਆਰਤੇ ਦੇ ਸ਼ਬਦ ਤਨਾਸਰੀ ਰਾਗ ਦੇ ਵਿੱਚ ਗਾਇਨ ਕੀਤੇ ਨੇ। ਤਨਾਸਰੀ ਰਾਗ ਔੜਵ ਤੇ ਸੰਪੂਰਨ ਜਾਤੀ ਦਾ ਰਾਗ ਹੈ। ਅਵਰੋਹ ਦੇ ਵਿੱਚ 5 ਸੁਰ ਲੱਗਦੇ ਨੇ, ਰਾਰਾ ਵਰਜਿਤ ਹੈ, ਤੇ ਛਾੜਵ ਦੇ ਵਿੱਚ ਮਾਫ ਕਰਨਾ ਅਵਰੋਹੀ ਦੇ ਵਿੱਚ ਸੰਪੂਰਨ 7 ਸੁਰ ਜਿਹੜੇ ਨੇ ਸਾਰੇ ਗਾ ਮ ਪ ਧਾ ਨੀ, ਇਹ ਸਾਰੇ ਸੁਰ ਲੱਗਦੇ ਨੇ। ਇਸ ਕਰਕੇ ਔੜਵ ਸੰਪੂਰਨ ਜਾਤੀ ਦਾ ਰਾਗ ਹੈ। ਕਾਫੀ ਇਸ ਦੀ ਥਾਟ ਹੈ। ਇਹ ਧਨਾਸਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਪਾਵਨ ਮੁਖਵਾਕ ਬਖਸ਼ਿਸ਼ ਕਰਦੇ ਨੇ। ਗੁਰੂ ਮਹਾਰਾਜ ਕਹਿੰਦੇ ਨੇ ਕਾਚਾ ਧਨ ਸੰਚਹਿ ਮੂਰਖ ਗਾਵਾਰ। ਹੇ ਮੂਰਖਾ, ਹੇ ਗਵਾਰ, ਜਿਹੜਾ ਬਹੁਤ ਵੱਡਾ ਮੂਰਖ ਹੋਵੇ ਉਹਨੂੰ ਗਵਾਰ ਕਹਿ ਦੇਈਦਾ ਹੈ। ਮੂਰਖਾ ਸਿਰ ਮੂਰਖ ਹੈ ਜੋ ਮੰਨੇ ਨਾਹੀ ਨਾਉ। ਜਿਹੜਾ ਪਰਮੇਸ਼ਰ ਦੇ ਨਾਮ ਨੂੰ ਮੰਨਦਾ ਨਹੀਂ, ਉਹ ਕਹਿੰਦਾ ਨਾਮ ਜਪਣ ਦੀ ਲੋੜ ਨਹੀਂ ਜੀ, ਇਹ ਤਾਂ ਐਵੇਂ ਟਾਈਮ ਪਾਸ ਹੈ, ਵਿਹਲੇ ਲੋਕਾਂ ਦਾ ਕੰਮ ਹੈ। ਅਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਉਹਨਾਂ ਨੂੰ ਮੂਰਖਾਂ ਨਾਲੋਂ ਵੱਡਾ ਮੂਰਖ ਗਿਣਦੇ ਨੇ। ਅਤੇ ਮੂਰਖ ਕੀ ਕਰਦੇ ਨੇ? ਕਾਚਾ ਧਨ ਸੰਚਹਿ। ਕੱਚਾ ਧਨ ਜਿਹੜਾ ਹੈ, ਕੱਚਾ ਉਹਨੂੰ ਕਹਿੰਦੇ ਨੇ ਸਾਧ ਸੰਗਤ ਜੀ ਜੋ ਨਾਸ਼ਵੰਤ ਹੋਵੇ। ਇੱਥੇ ਕੱਚੇ ਦਾ ਅਰਥ ਹੈ ਨਾਸ਼ਵੰਤ। ਨਾਸ਼ਵੰਤ ਧਨ ਦੇ ਤਾਈਂ ਮੂਰਖ ਬੰਦਾ ਸੰਚ ਕਰਦਾ ਹੈ, ਇਕੱਠਾ ਕਰਦਾ ਹੈ। ਗੁਰੂ ਮਹਾਰਾਜ ਦਾ ਪਾਵਨ ਫਰਮਾਨ ਹੈ ਨਾ, ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ। ਇਕੱਠਿਆਂ ਕਰਦਿਆਂ ਧਨ ਇਕੱਠਾ ਕਰਦਾ ਹੈ, ਮਾਇਆ ਇਕੱਠੀ ਕਰਦਾ ਹੈ, ਜ਼ਮੀਨ ਜਾਇਦਾਦ ਬੜੀ ਬਣਾ ਲੈਂਦਾ ਹੈ। ਅਤੇ ਬੰਦਾ ਫਿਰ ਸਾਧ ਸੰਗਤ ਜੀ ਜਦੋਂ ਸਾਰਾ ਕੁਝ ਬਹੁਤ ਕੁਝ ਇਕੱਠਾ ਕਰ ਲਵੇ, ਉਸ ਤੋਂ ਬਾਅਦ ਮਰ ਮੁੱਕ ਜਾਂਦਾ ਹੈ। ਕੋਈ ਹੋਰ ਆ ਜਾਂਦੇ ਨੇ ਉਹਦੇ 'ਤੇ ਵਾਰਿਸ ਹੱਕ ਜਮਾਉਣ ਵਾਸਤੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ, ਉਹਨੂੰ ਇਕੱਠਿਆਂ ਕਰਨ ਦੇ ਵਿੱਚ ਕੀ ਫਾਇਦਾ ਹੈ। ਅਤੇ ਜੇ ਸਾਧ ਸੰਗਤ ਜੀ ਇਕੱਠਾ ਕਰਨਾ ਵੀ ਹੈ ਤਾਂ ਵੀ ਬੰਦਾ ਦਸਵੰਧ ਜ਼ਰੂਰ ਕੱਢੇ। ਉਹਨਾਂ ਦਾ ਧਨ ਪਦਾਰਥ ਮਾਇਆ ਇਕੱਠੀ ਕੀਤੀ ਹੋਈ ਸਫਲੀ ਹੈ, ਜਿਹੜੇ ਸਾਧ ਸੰਗਤ ਜੀ ਗੁਰੂ ਘਰ ਦੇ ਲੇਖੇ ਵਿੱਚ ਲਾਉਂਦੇ ਨੇ। ਇੱਕ ਮਹਾਂਪੁਰਖ ਹੋਏ ਨੇ ਸਾਧ ਸੰਗਤ ਜੀ, ਉਹਨਾਂ ਦੇ ਕੋਲ ਤਕਰੀਬਨ
ਹਜ਼ੂਰ ਸਾਹਿਬ ਵਿਖੇ 40 ਕਿੱਲੇ ਪੈਲੀ ਸੀ। ਤੇ ਜਦੋਂ ਉਹਨਾਂ ਨੇ ਵੇਖਿਆ ਵੀ ਸਰੀਰ ਨੇ ਨਾਸ ਹੋਣਾ ਹੀ ਹੈ, ਉਹਨਾਂ ਨੇ ਸਾਧ ਸੰਗਤ ਜੀ ਗੁਰੂ ਘਰ ਦੇ ਨਾਂ 'ਤੇ ਸਾਰੀ ਜ਼ਮੀਨ ਜਿਹੜੀ ਹੈ ਨਾ ਉਹ ਲਵਾ ਦਿੱਤੀ। ਭਾਵ ਆਪਣੀ ਮਾਇਆ ਜਿਹੜੀ ਹੈ ਜੋ ਇਕੱਠਾ ਕੀਤਾ ਸੀ ਉਹ ਸਫਲਾ ਕਰਕੇ ਗਏ ਨੇ। ਇਸ ਤਰ੍ਹਾਂ ਜਿਹੜੇ ਸਿਆਣੇ ਹੁੰਦੇ ਨੇ ਨਾ, ਉਹ ਜਿਹੜੀ ਮਾਇਆ ਇਕੱਠੀ ਕੀਤੀ ਹੈ, ਧਨ ਪਦਾਰਥ ਇਕੱਠਾ ਕੀਤਾ ਹੈ, ਉਹਨੂੰ ਸਫਲਿਆਂ ਕਰਕੇ ਜਾਂਦੇ ਨੇ। ਪਰ ਜਿਹੜੇ ਮੂਰਖ ਨੇ, ਗਵਾਰ ਨੇ, ਉਹ ਪਿੱਛੇ ਸਾਧ ਸੰਗਤ ਜੀ ਮਰਨ ਤੋਂ ਬਾਅਦ ਲੜਾਈ ਝਗੜਾ ਅਤੇ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ। ਮਹਾਰਾਜ ਕਹਿੰਦੇ ਨੇ ਕੱਚਾ ਧਨ ਜਿਹੜਾ ਹੈ ਮੂਰਖ ਗਵਾਰ ਬੇਸਮਝ ਇਕੱਠਿਆਂ ਕਰਨ ਦੇ ਵਿੱਚ ਆਪਣਾ ਸਮਾਂ ਬਰਬਾਦ ਕਰ ਰਿਹਾ ਹੈ। ਮਨਮੁਖ ਭੂਲੇ ਅੰਧ ਗਾਵਾਰ, ਮਨਮੁਖ ਬੰਦਾ ਹੈ, ਮਨ ਦੇ ਮਗਰ ਲੱਗਾ ਹੋਇਆ ਹੈ, ਭੁੱਲਿਆ ਹੋਇਆ ਹੈ, ਅੰਨਾ ਹੈ, ਗਿਆਨ ਤੋਂ ਹੀਣਾ ਹੋਣ ਕਰਕੇ ਗਵਾਰ ਵੀ ਹੈ, ਬੇਸਮਝ ਹੈ, ਅਗਿਆਨੀ ਹੈ ਅਤੇ ਪਤਾ ਨਹੀਂ ਹੈ ਇਹਨੂੰ ਕਿਸੇ ਚੀਜ਼ ਦਾ, ਅਤੇ ਬੇਸਮਝ ਵੀ ਹੈ, ਛੇਤੀ ਕੋਈ ਚੀਜ਼ ਸਮਝ ਨਹੀਂ ਲੱਗਦੀ। ਇਸ ਕਰਕੇ ਗੁਰੂ ਮਹਾਰਾਜ ਗਵਾਰ ਕਹਿੰਦੇ ਨੇ ਵਾਰ-ਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ। ਵਿਖਿਆ ਕਹਿੰਦੇ ਨੇ ਬਿਖ, ਬਿਖ ਕਹਿੰਦੇ ਨੇ ਜ਼ਹਿਰ ਨੂੰ, ਵਿਉ ਨੂੰ। ਜ਼ਹਿਰ ਦਾ ਸਾਧ ਸੰਗਤ ਜੀ ਵਿਖਿਆ ਕਹਿ ਧਨ, ਜ਼ਹਿਰ ਸਮਾਨ ਇਹ ਜਿਹੜਾ ਧਨ ਹੈ ਨਾ, ਸਦਾ ਦੁੱਖ ਹੋਏ। ਤਿੰਨਾਂ ਕਾਲਾਂ ਦੇ ਵਿੱਚ ਦੁੱਖ ਰੂਪ ਹੀ ਹੈ। ਪਹਿਲਾਂ ਇਕੱਠਿਆਂ ਕਰਨ ਦੇ ਵਿੱਚ ਦੁੱਖ, ਫਿਰ ਸਾਧ ਸੰਗਤ ਜੀ ਉਹਨੂੰ ਰੱਖਣ ਦੇ ਵਿੱਚ ਦੁੱਖ ਵੀ ਮਨ ਦੇ ਵਿੱਚ 24 ਘੰਟੇ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਕੋਈ ਚੋਰ ਸਨ ਲਾ ਕਰਕੇ ਨਾ ਚੋਰੀ ਕਰਕੇ ਲੈ ਜਾਵੇ, ਕਿਤੇ ਕੋਈ ਉੱਦਾਂ ਹੀ ਨਾ ਲੈ ਜਾਵੇ, ਕਿਤੇ ਸਾਧ ਸੰਗਤ ਜੀ ਬਾਅਦ ਦੇ ਵਿੱਚ ਇਹ ਵੀ ਡਰ ਲੱਗਦਾ ਹੈ ਕਿਤੇ ਕੋਈ ਰਿਸ਼ਤੇਦਾਰ ਹੀ ਨਾ ਕੋਈ ਹੱਕ ਮੰਗ ਲਵੇ। ਇਸ ਤਰ੍ਹਾਂ ਕਈ ਤਰ੍ਹਾਂ ਦਾ ਦੁੱਖ ਜਿਹੜਾ ਹੈ ਇਹ ਧਨ ਵਿੱਚੋਂ ਪੈਦਾ ਹੁੰਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਨਾ ਹੀ ਇਹ ਨਾਲ ਚੱਲਦੀ ਹੈ ਮਰਨ ਤੋਂ ਬਾਅਦ, ਅਤੇ ਨਾ ਹੀ ਸਾਧ ਸੰਗਤ ਜੀ ਇਸ ਦੀ ਪ੍ਰਾਪਤੀ ਹੁੰਦੀ ਹੈ। ਸਾਚਾ ਧਨ ਗੁਰਮਤੀ ਪਾਏ। ਜਿਹੜੇ ਗੁਰੂ ਦੇ ਮਤ ਨੂੰ ਧਾਰਨ ਕਰਦੇ ਨੇ, ਉਹਨਾਂ ਨੇ ਸੱਚੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਿਆਂ ਕੀਤਾ ਹੈ। ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪ ਕਰਕੇ ਸਾਧ ਸੰਗਤ ਜੀ ਮੁਖ ਉਜਲਾ ਕਰਕੇ ਗਏ ਨੇ। ਕਾਚਾ ਧਨ ਪੁਨ ਆਵੈ ਜਾਏ। ਕੱਚਾ ਧਨ ਸਾਧ ਸੰਗਤ ਇਕੱਠਿਆਂ ਕਰਨ ਵਾਲੇ ਵਾਰ-ਵਾਰ ਜੰਮ ਕਰਕੇ ਆਉਂਦੇ ਨੇ ਅਤੇ ਵਾਰ-ਵਾਰ ਮਰ ਕਰਕੇ ਜਾਂਦੇ ਨੇ, ਵਿਸ਼ਰਾਮ ਦੇ ਕਰਕੇ ਕਥਨ ਕਰਦੇ ਨੇ। ਮਨਮੁਖ ਭੂਲੇ ਸਭ ਮਰਹਿ ਗਵਾਰ। ਮਨਮੁਖ ਮੂਰਖ ਬੰਦੇ ਜਿਹੜੇ ਨੇ ਨਾ, ਗਵਾਰ ਬੇਸਮਝ ਭੁੱਲੇ ਹੋਏ ਸਾਧ ਸੰਗਤ ਜੀ ਭਰਮ ਦੇ ਵਿੱਚ ਮਰ ਖਪ ਰਹੇ ਹਨ। ਭਵਜਲ ਡੂਬੇ ਨਾ ਉਰਵਾਰ ਨਾ ਪਾਰ। ਸੰਸਾਰ ਸਾਗਰ ਦੇ ਵਿੱਚ ਡੁੱਬ ਰਹੇ ਨੇ, ਨਾ ਇਸ ਕਿਨਾਰਾ ਨਾ ਉਰਲਾ ਕਿਨਾਰਾ ਨਾ ਪਰਲਾ ਕਿਨਾਰਾ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਨਾ ਨਿਰੰਕਾਰ ਪ੍ਰਾਪਤ ਹੋਇਆ ਅਤੇ ਨਾ ਹੀ ਸੰਸਾਰ ਪ੍ਰਾਪਤ ਹੋਇਆ। ਕਿਤੇ ਵੀ ਨਾ ਸਾਧ ਸੰਗਤ ਜੀ ਪ੍ਰਾਪਤੀ ਹੋਈ। ਸਤਿਗੁਰ ਭੇਟੇ ਪੂਰਾ ਭਾਗ। ਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੀ ਦੁਆਰਾ, ਸਤਿਪੁਰਖਾਂ ਦੇ ਦੁਆਰਾ, ਸਤਿਗੁਰਾਂ ਦੀ ਪ੍ਰਾਪਤੀ ਦੇ ਦੁਆਰਾ ਪੂਰੇ ਭਾਗ, ਸ੍ਰੇਸ਼ਟ ਭਾਗਾਂ ਦੀ ਸਾਧ ਸੰਗਤ ਜੀ ਪ੍ਰਾਪਤੀ ਭਾਗੈ ਕਾ ਉਦੋਂ ਹੋਏ। ਸ੍ਰੇਸ਼ਟ ਭਾਗ ਜਿਹੜੇ ਨੇ ਉਹ ਸਾਧ ਸੰਗਤ ਜੀ ਪ੍ਰਗਟ ਹੋਏ ਨੇ। ਸਾਚ ਰਤੇ ਅਹਨਿਸ ਬੈਰਾਗ। ਰਾਤ ਦਿਨ ਸੱਚੇ ਨਾਮ ਦੇ ਵਿੱਚ ਜੁੜੇ ਨੇ। ਹਿਰਦੇ ਦੇ ਵਿੱਚ ਵੈਰਾਗ ਪੈਦਾ ਹੋਇਆ ਹੈ, ਅਤੇ ਵੈਰਾਗ ਇਸ ਤਰ੍ਹਾਂ ਦਾ ਪੈਦਾ ਹੋਇਆ ਹੈ ਕਿ ਤਿੰਨਾਂ ਕਾਲਾਂ ਦੇ ਵਿੱਚ ਧਨ ਜਿਹੜਾ ਹੈ ਨਾਸਵੰਤ ਦਿਸਦਾ ਹੈ, ਪ੍ਰਤੀਤ ਹੁੰਦਾ ਹੈ। ਚੌਹ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ। ਚੌਹਾਂ ਯੁੱਗਾਂ ਦੇ ਵਿੱਚ ਸੱਚੀ ਬਾਣੀ ਜਿਹੜੀ ਹੈ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਸਾਧ ਸੰਗਤ ਜੀ ਸੱਚੀ ਬਾਣੀ ਹੈ। ਤਿੰਨਾਂ ਕਾਲਾਂ ਦੇ ਵਿੱਚ ਪੂਰਾ ਭਾਗ ਹਰ ਨਾਮ ਸਮਾਣੀ। ਪੂਰਿਆਂ ਭਾਗਾਂ ਕਰਕੇ ਹੀ ਹਿਰਦੇ ਦੇ ਵਿੱਚ ਗੁਰੂ ਦੀ ਬਾਣੀ ਜਿਹੜੀ ਹੈ ਵਸਦੀ ਹੈ। ਭਾਗ ਤੋਂ ਬਗੈਰ ਸਾਧ ਸੰਗਤ ਜੀ ਬਾਣੀ ਹਿਰਦੇ ਵਿੱਚ ਨਹੀਂ ਵਸਦੀ। ਸਿੱਧ ਸਾਧਕ ਤਰਸੇ ਸਭ ਲੋਏ। ਵੱਡੇ ਵੱਡੇ ਸਿੱਧ ਜਿਹੜੇ ਨੇ, ਜਿਨ੍ਹਾਂ ਨੇ ਸਾਧ ਸੰਗਤ ਜੀ ਤਰਾਟਕ ਸਾਧਿਆ ਹੈ, ਬੜਾ ਬੜਾ ਤਪ ਕੀਤਾ ਹੈ, ਜੇ ਸਾਧਕ ਜਿਹੜੇ ਨੇ ਸਾਧਨਾ ਕਰਨ ਵਾਲੇ, ਇਹ ਵੀ ਤਰਸਦੇ ਫਿਰਦੇ ਨੇ ਕਿ ਸ਼ਾਇਦ ਕਿਤੇ ਸਾਡਾ ਮਨ ਟਿਕ ਜਾਵੇ, ਰੱਬ ਦੀ ਪ੍ਰਾਪਤੀ ਹੋ ਜਾਵੇ। ਪਰ ਗੁਰੂ ਮਹਾਰਾਜ ਕਹਿੰਦੇ ਨੇ ਪੂਰਾ ਭਾਗ ਪ੍ਰਾਪਤ ਹੋਏ। ਬਹੁਤ ਸ੍ਰੇਸ਼ਟ ਭਾਗ ਹੋਣ, ਪੂਰੇ ਭਾਗ ਹੋਣ, ਫਿਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਸਭ ਕਿਛ ਸਾਚਾ ਸਾਚਾ ਹੈ ਸੋਏ। ਸਾਰਾ ਕੁਝ ਉਸ ਪਰਮੇਸ਼ਰ ਦਾ ਹੈ ਤੇ ਸਾਰਾ ਕੁਝ ਉਹ ਪਰਮੇਸ਼ਰ ਹੀ ਹੈ। ਇਹ ਸਾਧ ਸੰਗਤ ਜੀ ਸਮਾਨ ਗਿਆਨ ਦੀ ਦ੍ਰਿਸ਼ਟੀ ਹੈ। ਇਹ ਸਾਰਿਆਂ ਦੇ ਵਿੱਚ ਪਰਮੇਸ਼ਰ ਵੇਖਣਾ, ਜਿਹੜਾ ਆਪਣੇ ਆਪ 'ਚ ਪਰਮੇਸ਼ਰ ਵੇਖਣਾ, ਇਹ ਵਿਸ਼ੇਸ਼ ਦ੍ਰਿਸ਼ਟੀ ਹੈ, ਵਿਸ਼ੇਸ਼ ਗਿਆਨ ਹੈ। ਅਤੇ ਜਿਹੜਾ ਸਾਰਿਆਂ ਦੇ ਵਿੱਚ ਵਾਹਿਗੁਰੂ ਵੇਖਣਾ, ਇਹ ਸਮਾਨ ਗਿਆਨ ਹੈ। ਇਸ ਤਰ੍ਹਾਂ ਸਮਾਨ ਗਿਆਨ ਅਨੁਸਾਰ ਅਤੇ ਵਿਸ਼ੇਸ਼ ਗਿਆਨ ਅਨੁਸਾਰ ਸਾਰਿਆਂ ਦੇ ਵਿੱਚ ਸੱਚਾ ਪਰਮੇਸ਼ਰ ਦਿਸਦਾ ਹੈ ਅਤੇ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਵੀ ਸੱਚਾ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਊਤਮ ਬ੍ਰਹਮ ਪਛਾਣੇ ਸੋਏ। ਜੋ ਊਤਮ ਸਾਰਿਆਂ ਨਾਲੋਂ ਸ਼੍ਰੋਮਣੀ ਸ੍ਰੇਸ਼ਟ ਬ੍ਰਹਮ ਪਰਮਾਤਮਾ ਹੈ, ਉਹ ਸਾਰਿਆਂ ਦੇ ਵਿੱਚ ਨਜ਼ਰ ਆਉਂਦਾ ਹੈ, ਝਲਕ ਪੈਂਦੀ ਹੈ। ਸੱਚ ਸਾਚਾ ਸਚ ਆਪ ਦੇ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ। ਉਹ ਸੱਚਾ ਪਰਮਾਤਮਾ ਤਿੰਨਾਂ ਕਾਲਾਂ ਦੇ ਵਿੱਚ ਸਾਧ ਸੰਗਤ ਜੀ ਆਪੇ ਹੀ ਆਪਣਾ ਨਾਮ ਦ੍ਰਿੜ ਕਰਾਉਂਦਾ ਹੈ, ਆਪੇ ਹੀ ਹਿਰਦੇ ਦੇ ਵਿੱਚ ਵਸਦਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਆਪੇ ਵੇਖੈ ਆਪੇ ਸਚ ਲਾਏ। ਆਪੇ ਉਹ ਸੰਸਾਰ ਦੇ ਤਾਈਂ ਵੇਖਦਾ ਹੈ, ਆਪੇ ਹੀ ਸਾਧ ਸੰਗਤ ਜੀ ਸੱਚੇ ਨਾਮ ਦੇ ਨਾਲ ਜੋੜ ਦਿੰਦਾ ਹੈ। ਇਹ ਪਾਵਨ ਉਪਦੇਸ਼ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਧਨਾਸੇ ਰਾਗ ਦੇ ਵਿੱਚ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਹੈ। ਹੁਣ ਜੋ ਲੜੀਵਾਰ ਮਾਰੂ ਰਾਗ ਦੇ ਵਿੱਚ ਸਾਧ ਸੰਗਤ ਜੀ ਲੜੀਵਾਰ ਕਥਾ ਚੱਲ ਰਹੀ ਹੈ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 184 ਆਪ ਪਾਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, 11ਵੀਂ ਪੌੜੀ ਦੀ ਆਰੰਭਤਾ ਕਰ ਰਹੇ ਨੇ। ਕਹਿੰਦੇ ਲੱਖਾਂ ਹੀ ਜਿਹੜੀਆਂ ਜੂਨਾਂ ਨੇ ਨਾ, ਇਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੀਆਂ ਹਨ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਘਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। ਅਚੁੱਤ ਕਹਿੰਦੇ ਨੇ ਸਾਧ ਸੰਗਤ ਜੀ ਸੰਸਕ੍ਰਿਤ ਦਾ ਸ਼ਬਦ ਹੀ च्योत, ਅਤੇ च्योत ਤੋਂ ਸਾਧ ਸੰਗਤ ਜੀ ਇਹ ਸ਼ਬਦ ਐੜਾ ਉਪਸਰਗ ਲਾ ਕਰਕੇ ਵਿਆਕਰਣ ਅਨੁਸਾਰ ਅਚੁੱਤ ਬਣਿਆ ਹੈ। ਜਿੰਨੇ ਵੀ ਜੀਵ ਜੰਤ ਹਨ, ਕੀੜੀ ਤੋਂ ਲੈ ਕਰਕੇ ਹਾਥੀ ਤੱਕ, ਸਾਰੇ ਹੀ ਮਾਤਾ ਦੇ ਗਰਭ 'ਚੋਂ ਡਿੱਗਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਮਾਤਾ ਦੇ ਗਰਭ ਵਿੱਚ ਨਹੀਂ ਪੈਂਦਾ, ਮਾਤਾ ਦੇ ਗਰਭ ਵਿੱਚ ਡਿੱਗਦਾ ਨਹੀਂ। ਇਸ ਕਰਕੇ ਉਹ ਅਗਿੜ ਹੈ, ਇਸ ਕਰਕੇ ਉਹ ਅਚੁੱਤ ਹੈ। ਅਤੇ ਜਿੰਨੀਆਂ ਯੋਨੀਆਂ ਨੇ ਸਾਧ ਸੰਗਤ ਜੀ ਜੀਵ ਜੰਤੂ ਪਸ਼ੂ ਪੰਖੀਆਂ ਦੀਆਂ, ਸਾਰੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਬਣਾਈਆਂ ਹਨ। ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਲੱਖਾਂ ਹੀ 84 ਲੱਖ ਜੂਨਾਂ ਜਿਹੜੀਆਂ ਨੇ ਉਹ ਪਰਮੇਸ਼ਰ ਨੇ ਆਪ ਬਣਾਈਆਂ ਹਨ, ਪਰ ਇੱਕ ਮਨੁੱਖਾ ਸਰੀਰ ਹੈ ਜਿਹਦੇ ਵਿੱਚ ਗੁਰੂ ਦੀ ਭਗਤੀ ਦ੍ਰਿੜ ਹੋ ਸਕਦੀ ਹੈ। ਇੱਕ ਮਨੁੱਖਾ ਸਰੀਰ ਇਹ ਹੈ ਜਿਹਦੇ ਨਾਲ ਪੈਰਾਂ ਨਾਲ ਚੱਲ ਕਰਕੇ ਬੰਦਾ ਸੰਗਤ ਵਿੱਚ ਆ ਸਕਦਾ ਹੈ, ਹੱਥਾਂ ਨਾਲ ਚੱਲ ਕਰਕੇ ਸੰਗਤ ਵਿੱਚ ਆਣ ਕਰਕੇ ਭਾਂਡੇ ਮਾਂਜ ਸਕਦਾ ਹੈ, ਜੋੜੇ ਝਾੜ ਸਕਦਾ ਹੈ, ਜ਼ਬਾਨ ਦੇ ਨਾਲ ਸੰਗਤ ਵਿੱਚ ਆਣ ਕਰਕੇ ਗੁਰੂ 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 ਜਪ ਸਕਦਾ ਹੈ, ਅੱਖਾਂ ਦੇ ਨਾਲ ਪਰਮੇਸ਼ਰ ਦੇ ਦੀਦਾਰ ਕਰ ਸਕਦਾ ਹੈ, ਕੰਨਾਂ ਦੇ ਨਾਲ ਹਰੀ ਦਾ ਜਸ ਸਰਵਣ ਕਰ ਸਕਦਾ ਹੈ। ਇਹ ਸਾਧ ਸੰਗਤ ਜੀ ਮਨੁੱਖਾ ਸਰੀਰ ਦੇ ਵਿੱਚ ਹੀ ਹੋ ਸਕਦਾ ਹੈ। ਹੋਰ ਯੂਨੀਆਂ ਦੇ ਵਿੱਚ ਪਹਿਲਾਂ ਤਾਂ ਐਂਟਰੀ ਨਹੀਂ ਮਿਲਦੀ। ਜੇ ਕੋਈ ਕੁੱਤਾ ਬਿੱਲੀ ਭੁੱਲ ਭੁਲੇਖੇ ਆ ਵੀ ਜਾਵੇ ਤਾਂ ਵੀ ਉਹਨੂੰ ਡਾਂਗ ਸੋਟੇ ਦੇ ਨਾਲ ਮਾਰ ਕਰਕੇ ਭਜਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀ ਸੰਗਤ ਜਿਹੜੀ ਹੈ ਇਹ ਮਨੁੱਖਾ ਸਰੀਰ ਵਿੱਚ ਹੀ ਪ੍ਰਾਪਤ ਹੁੰਦੀ ਹੈ। ਇਹ ਸਾਧ ਸੰਗਤ ਜੀ ਮਨੁੱਖਾ ਸਰੀਰ ਬਹੁਤ ਜ਼ਿਆਦਾ, ਜਿਵੇਂ ਵਿਦਵਾਨ ਕਹਿੰਦੇ ਨੇ ਇੱਕ ਬੋਹੜ ਦਾ ਦਰਖਤ ਜਿਹੜਾ ਹੈ ਉਹਨੂੰ ਸਾਧ ਸੰਗਤ ਜੀ ਬਹੁਤ ਸਾਰੇ ਹਜ਼ਾਰਾਂ ਹੀ ਪੱਤੇ ਲੱਗਦੇ ਨੇ, ਅਤੇ ਸਾਧ ਸੰਗਤ ਜੀ ਫਿਰ ਬਾਅਦ ਵਿੱਚ ਉਸ ਤੋਂ ਬਹੁਤ ਹਜ਼ਾਰਾਂ ਹੀ ਜਿਹੜੀਆਂ ਨੇ ਗੋਲਾਂ ਲੱਗਦੀਆਂ ਨੇ। ਉਹਨਾਂ ਸਾਧ ਸੰਗਤ ਜੀ ਗੋਲਾਂ ਦੇ ਵਿੱਚ ਰਾਈ ਦੇ ਦਾਣੇ ਵਰਗੇ ਲੱਖਾਂ ਹੀ ਸਾਧ ਸੰਗਤ ਜੀ ਦਾਣੇ ਹੁੰਦੇ ਨੇ। ਮਹਾਂਪੁਰਖ ਕਿਹਾ ਕਰਦੇ ਸਨ, ਕਹਿੰਦੇ ਭਾਈ ਗੁਰਮੁਖੋ ਵੀ ਇੰਨੇ ਹਜ਼ਾਰ ਪੱਤਿਆਂ ਵਾਂਗ ਜੇ ਕੋਈ ਸ਼ੁਭ ਕਰਮ ਕਰੇ ਫਿਰ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਹੈ। ਜਿਵੇਂ ਹਜ਼ਾਰਾਂ ਹੀ ਗੋਲਾਂ ਲੱਗੀਆਂ ਨੇ
ਇੰਨੇ ਕੋਈ ਪੁੰਨ ਕਰੇ ਫਿਰ ਗੁਰੂ ਦੇ ਸਿੱਖ ਦੇ ਘਰ ਵਿੱਚ ਪੈਦਾ ਹੁੰਦਾ ਹੈ। ਤੇ ਸਾਧ ਸੰਗਤ ਜੀ ਰਾਈ ਦੇ ਦਾਣੇ ਜਿੰਨੇ ਸਾਧ ਸੰਗਤ ਜੀ ਉਹਨਾਂ ਗੋਲਾਂ ਦੇ ਵਿੱਚ ਲੱਖਾਂ ਹੀ ਰਾਈ ਦੇ ਦਾਣੇ ਜਿੰਨੇ ਸਾਧ ਸੰਗਤ ਜੀ ਬਣਾਏ ਹੁੰਦੇ ਨੇ, ਇੰਨੇ ਕੋਈ ਸ਼ੁਭ ਕਰਮ ਕਰੇ ਫਿਰ ਜਾ ਕੇ ਗੁਰੂ ਵਾਲਾ ਬਣਦਾ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੰਨੇ ਸਾਧ ਸੰਗਤ ਜੀ ਸਾਡੇ ਵੱਡੇ ਭਾਗ ਨੇ ਜਿਹਦੇ ਕਰਕੇ ਅਸੀਂ ਸਤਿਗੁਰਾਂ ਦੀ ਗੋਦ ਦੇ ਦਾ ਨਿੱਘ ਮਾਣ ਰਹੇ ਹਾਂ, ਗੁਰੂ ਦੀ ਬਾਣੀ ਪੜ੍ਹ ਰਹੇ ਹਾਂ, ਨਿਤਨੇਮ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਨੇ ਕਿ ਮਨੁੱਖਾ ਸਰੀਰ ਜਿਹੜਾ ਹੈ ਇਹ ਹੀ ਸ੍ਰੇਸ਼ਟ ਬਣਾਇਆ ਹੈ ਗੁਰੂ ਦੀ ਭਗਤੀ ਕਰਨ ਵਾਸਤੇ, ਗੁਰੂ ਦੀ ਭਗਤੀ ਦ੍ਰਿੜ ਕਰਨ ਵਾਸਤੇ। ਦ੍ਰਿੜ ਦਾ ਭਾਵ ਇਹ ਹੈ ਕਿ ਜਿਵੇਂ ਸਾਧ ਸੰਗਤ ਜੀ ਰੋਜ਼ ਬੰਦਾ ਨਿਤਨੇਮ ਕਰੇ ਨਾ, ਰੋਜ਼ ਨਿਤਨੇਮ ਕਰੇ, ਰੋਜ਼ ਨਿਤਨੇਮ ਕਰੇ, ਇੱਕ ਦਿਨ ਵੀ ਨਾ ਗਾਨਾ ਪਾਵੇ, ਉਹਨੂੰ ਕਹਿੰਦੇ ਭਾਈ ਇੱਦਾਂ ਨਿਤਨੇਮ ਦ੍ਰਿੜ ਹੋ ਗਿਆ ਹੈ। ਜਿਹੜਾ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਸਾਧ ਸੰਗਤ ਜੀ ਨਿਤਨੇਮ ਕਰੇ, ਗੁਰੂ ਗੁਰੂ ਸਿਮਰਨ ਕਰੇ, ਉਹਨੂੰ ਕਹਿੰਦੇ ਨੇ ਭਾਈ ਇਹਦਾ ਅੰਮ੍ਰਿਤ ਵੇਲਾ ਦ੍ਰਿੜ ਹੈ। ਤਾਂ ਦ੍ਰਿੜਤਾ ਆ ਜਾਵੇ, ਰੰਚਕ ਮਾਤਰ ਵੇ ਨਿਤਨੇਮ ਦੇ ਵਿੱਚ ਸਾਧ ਸੰਗਤ ਜੀ ਕੋਤਾਹੀ ਨਾ ਹੋਵੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਕਿਹਾ ਕਰਦੇ ਸਨ, ਕਹਿੰਦੇ 100 ਘਿਓ ਦੇ ਘੜੇ ਭਾਵੇਂ ਡੁੱਲ ਜਾਣ, ਇੰਨਾ ਨੁਕਸਾਨ ਵੀ ਜੇ ਹੋਵੇ ਉਹ ਵੀ ਝੱਲ ਲਵੇ, ਪਰ ਇੱਕ ਦਿਨ ਦਾ ਗੁਰੂ ਦਾ ਸਿੱਖ ਨਿਤਨੇਮ ਨਾ ਛੱਡੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨਾਂ ਸਾਧ ਸੰਗਤ ਜੀ ਨਿਤਨੇਮ ਦਾ ਬੜਾ ਭਾਰੀ ਮਹੱਤਮ ਹੈ। ਅਤੇ ਜੇ ਸਮੇਂ ਦੇ ਉੱਤੇ ਨਿਤਨੇਮ ਕੀਤਾ ਜਾਵੇ, ਜਿਵੇਂ ਸੰਧੀ ਕਾਲ ਦੇ ਵਿੱਚ ਸ਼ਾਮਾਂ ਪੈਣ ਦੇ ਨਾਲ ਹੀ ਬੰਦਾ ਸਾਧ ਸੰਗਤ ਜੀ ਸਾਰੇ ਕੰਮ ਛੱਡ ਕਰਕੇ ਰਹਿਰਾਸ ਦਾ ਪਾਠ ਆਰੰਭ ਕਰ ਲਵੇ, ਸੌਣ ਲੱਗਿਆਂ ਸਾਧ ਸੰਗਤ ਜੀ ਮੰਜੇ 'ਤੇ ਬੈਠਦਿਆਂ ਸਾਰੀ ਕੀਰਤਨ ਸੋਹਿਲਾ ਆਰੰਭ ਕਰ ਲਵੇ, ਕਿਸੇ ਚੀਜ਼ ਬਾਰੇ ਕੋਈ ਗੱਲ ਬਾਰੇ ਸੋਚੇ ਨਾ, ਵਿਚਾਰੇ ਨਾ, ਨਿਤਨੇਮ ਦੇ ਵਿੱਚ ਪ੍ਰਪੱਕਤਾ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਨਿਤਨੇਮ ਦੀਆਂ ਦਾਤਾਂ ਬਖਸ਼ਣ, ਨਿਤਨੇਮ ਦੇ ਨਾਲ ਅਸੀਂ ਜੁੜ ਜਾਈਏ। ਗੁਰੂ ਮਹਾਰਾਜ ਕਹਿੰਦੇ ਨੇ ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਗੁਰੂ ਦੀ ਭਗਤੀ ਜਿਹੜੀ ਹੈ ਨਾ, ਗੁਰੂ ਦੀ ਭਗਤੀ ਕੀ ਹੈ ਸਾਧ ਸੰਗਤ ਜੀ? ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਚਵਰ ਕਰਨਾ, ਪਿਆਰ ਦੇ ਨਾਲ ਗੁਰੂ ਗੁਰੂ ਜਪਦਿਆਂ ਹੋਇਆਂ, ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਿਆਂ ਦਾ ਸਤਿਕਾਰ ਕਰਨਾ, ਰੁਮਾਲਿਆਂ ਨੂੰ ਪ੍ਰੈਸ ਕਰਨਾ, ਆਇਰਨ ਕਰਨਾ, ਉਹਨਾਂ ਨੂੰ ਧੋ ਕੇ ਸਾਧ ਸੰਗਤ ਜੀ ਸਾਫ ਸੁਥਰਾ ਰੱਖਣਾ, ਗੁਰੂ ਮਹਾਰਾਜ ਦੇ ਦਰਬਾਰ ਦੀ ਅਨੇਕਾਂ ਹੀ ਸੇਵਾਵਾਂ ਕਰਨੀਆਂ, ਧੂਪ ਧੁਖਾਉਣੀ, ਖੁਸ਼ਬੋਈ ਸਾਧ ਸੰਗਤ ਜੀ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਲਾਉਣੀ। ਇਹ ਸਾਰੇ ਗੁਰੂ ਦੀ ਭਗਤੀ ਹੈ, ਨਵਦਾ ਭਗਤੀ ਹੈ। ਨਵਦਾ ਭਗਤੀ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆ ਜਾਂਦੀਆਂ ਨੇ। ਸਤਿਗੁਰੂ ਸਾਹਿਬ ਜੀ ਵਾਸਤੇ ਸਾਧ ਸੰਗਤ ਜੀ ਫੁੱਲ ਅਰਪਣ ਕਰਨੇ, ਇਹ ਗੁਰੂ ਦੀ ਭਗਤੀ ਹੈ। ਮਹਾਰਾਜ ਕਹਿੰਦੇ ਨੇ ਮਾਨਸ ਜਨਮ ਗੁਰ ਭਗਤ ਦ੍ਰਿੜਾਏ। ਮਨੁੱਖਾ ਜਨਮ ਦੇ ਵਿੱਚ ਗੁਰੂ ਦੀ ਭਗਤੀ ਜਿਹੜੀ ਹੈ ਉਹ ਦ੍ਰਿੜ ਕਰ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ। ਗੁਟਕੇ ਸਾਹਿਬਾਂ ਦਾ ਵੱਧ ਤੋਂ ਵੱਧ ਸਤਿਕਾਰ ਕਰੀਏ। ਗੁਟਕੇ ਸਾਹਿਬ ਨੂੰ ਸਾਧ ਸੰਗਤ ਜੀ ਠੰਡੇ ਹੱਥ ਨਾਲ ਲਾਈਏ, ਗਿੱਲੇ ਹੱਥ ਨਾਲ ਲਾਈਏ। ਹੱਥ ਜੋ ਸਾਧ ਸੰਗਤ ਜੀ ਧੋ ਕੇ ਚੰਗੀ ਤਰ੍ਹਾਂ ਕੱਪੜੇ ਦੇ ਨਾਲ, ਸਾਫ਼ ਕੱਪੜਾ ਹੋਵੇ, ਸਰੀਰ ਨੂੰ ਪਿੰਡੇ ਨੂੰ ਸਾਧ ਸੰਗਤ ਜੀ ਉਹ ਕੱਪੜਾ ਜਿਹੜਾ ਹੈ ਵਰਤਿਆ ਨਾ ਹੋਵੇ। ਇਸ ਤਰ੍ਹਾਂ ਸਾਫ਼ ਅਨਲਗ ਕੱਪੜੇ ਦੇ ਨਾਲ ਹੱਥ ਪੂੰਝ ਕੇ ਫਿਰ ਸਾਧ ਸੰਗਤ ਜੀ ਗੁਟਕੇ ਸਾਹਿਬਾਂ ਨੂੰ ਲਾਉਣਾ ਚਾਹੀਦਾ ਹੈ। ਜੇ ਕੋਈ ਗੁਟਕਾ ਸਾਹਿਬ ਬਿਰਧ ਹੋ ਜਾਵੇ, ਸੰਸਕਾਰ ਨਾ ਕਰੇ। ਅੱਜ ਕੱਲ੍ਹ ਇਹੋ ਜਿਹੀਆਂ ਬਹੁਤ ਸਾਰੀਆਂ ਜਥੇਬੰਦੀਆਂ ਬਣ ਗਈਆਂ ਨੇ, ਸਤਿਕਾਰ ਸਾਧ ਸੰਗਤ ਜੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਕਰਦੀਆਂ ਨੇ। ਨਹੀਂ ਤਾਂ ਆਪ ਹੀ ਬੰਦਾ ਸਾਧ ਸੰਗਤ ਜੀ ਗੁਟਕੇ ਸਾਹਿਬ ਨੂੰ ਬਾਈਂਡਿੰਗ ਕਰ ਲਵੇ, ਸੰਭਾਲ ਕੇ ਰੱਖੇ। ਕੋਸ਼ਿਸ਼ ਇਹ ਹੋਵੇ, ਯਤਨ ਇਹ ਹੋਵੇ ਕਿ ਪੁਰਾਤਨ ਸਰੂਪਾਂ ਨੂੰ, ਪੁਰਾਣੇ ਗੁਟਕੇ ਸਾਹਿਬਾਂ ਨੂੰ ਸੰਭਾਲਿਆ ਜਾਵੇ, ਨਾ ਕਿ ਸਾਧ ਸੰਗਤ ਜੀ ਸੰਸਕਾਰ ਕਰ ਦਈਏ। ਸੰਸਕਾਰ ਕਰਨ ਦੇ ਵਿੱਚ ਨੁਕਸਾਨ ਹੈ। ਹਾਂ, ਬਹੁਤ ਜ਼ਿਆਦਾ ਹੀ ਸਾਧ ਸੰਗਤ ਜੀ ਪੱਤਰਿਆਂ ਦੇ ਵਿੱਚ ਬਿਲਕੁਲ ਜਾਨ ਹੈ ਨਹੀਂ। ਪਰ ਅੱਜ ਕੱਲ੍ਹ ਇਹੋ ਜਿਹੇ ਵੀ ਬਣ ਗਏ ਨੇ ਸਿਸਟਮ ਕਿ ਪੱਤਰੇ ਨਵੇਂ ਪੈ ਜਾਂਦੇ ਨੇ। ਜੇ ਕੋਈ ਪੱਤਰਾ ਖਰਾਬ ਹੋਵੇ, ਪੱਤਰਾ ਸਾਧ ਸੰਗਤ ਜੀ ਉਹ ਨਇਆ ਪੈ ਜਾਂਦਾ ਹੈ। ਇਸ ਕਰਕੇ ਸਾਇੰਸ ਬਹੁਤ ਅੱਗੇ ਵੱਧ ਚੁੱਕੀ ਹੈ। ਇਹੋ ਜਿਹੇ ਪਾਊਡਰ ਮਿਲ ਜਾਂਦੇ ਨੇ, ਜੇ ਇੱਕ ਵਾਰੀ ਸਾਧ ਸੰਗਤ ਜੀ ਲਾ ਦਈਏ ਅਤੇ 100 ਸਾਲ ਵੇਖਣ ਦੀ ਲੋੜ ਨਹੀਂ। ਇਸ ਤਰ੍ਹਾਂ ਵੀ ਹੋ ਜਾਂਦਾ ਹੈ।
ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਗੁਰੂ ਮਹਾਰਾਜ ਦਾ ਸਤਿਕਾਰ ਕਰੀਏ। ਗੁਰੂ ਘਰਾਂ ਦੇ ਵਿੱਚ ਬੈਠਣ ਦਾ ਸਤਿਕਾਰ ਹੋਵੇ, ਉੱਚੀ ਨਾ ਬੋਲੀਏ, ਗੱਲਬਾਤ ਨਾ ਕਰੀਏ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਘਰ ਦੀਆਂ ਜਿਹੜੀਆਂ ਸਰੋਵਰਾਂ ਨੇ ਉਹਨਾਂ ਦਾ ਸਤਿਕਾਰ ਕਰੀਏ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਗੁਰਸਿੱਖ ਗੁਰੂ ਘਰ ਦੇ ਵਿੱਚ ਆਉਂਦੇ ਨੇ, ਹੋਰ ਸੇਵਾਵਾਂ ਕਰਦੇ ਨੇ, ਲੰਗਰ ਦੇ ਵਿੱਚ ਵੀ ਸਾਧ ਸੰਗਤ ਜੀ ਲੰਗਰ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਜੂਠੇ ਹੱਥ ਇੱਧਰ ਉੱਧਰ ਨਹੀਂ ਲਾਉਣੇ ਚਾਹੀਦੇ ਨੇ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਸਾਧ ਸੰਗਤ ਜੀ ਗੁਰੂ ਦੀ ਭਗਤੀ ਜਿਹੜੀ ਹੈ, ਗੁਰੂ ਦੀ ਸੇਵਾ ਜਿਹੜੀ ਹੈ, ਉਹ ਸਾਧ ਸੰਗਤ ਜੀ ਸਾਨੂੰ ਗੁਰੂ ਦੇ ਦਰਬਾਰ ਦੇ ਵਿੱਚ ਪ੍ਰਾਪਤ ਹੁੰਦੀ ਹੈ। ਗੁਰੂ ਮਹਾਰਾਜ ਕਹਿੰਦੇ ਨੇ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ, ਇਸ ਕਰਕੇ ਗੁਰੂ ਦੀ ਭਗਤੀ ਨੂੰ ਦ੍ਰਿੜ ਕਰਨਾ ਕਰ। ਬਿਨ ਭਗਤੀ ਵਿੱਚ ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਏਂਦਾ। ਗੁਰੂ ਦੀ ਭਗਤੀ ਤੋਂ ਬਗੈਰ ਕਿਹੋ ਜਿਹੇ ਹਾਲਾਤ ਹੋ ਜਾਂਦੇ ਨੇ ਇਸ ਮਨੁੱਖ ਦੇ। ਕਹਿੰਦੇ ਨੇ ਵਿਸ਼ਟਾ ਵਿੱਚ ਵਾਸਾ, ਗੁਰੂ ਦੀ ਭਗਤੀ ਤੋਂ ਬਗੈਰ ਵਿਸ਼ਟਾ ਦੇ ਵਿੱਚ ਸਾਧ ਸੰਗਤ ਜੀ ਬੰਦੇ ਦਾ ਵਾਸਾ ਹੁੰਦਾ ਹੈ। ਭਾਵ ਵਿਸ਼ਟਾ ਵਿੱਚ ਕੀਟਾਂ ਅੰਦਰ ਕੀਟ ਕਰ, ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਮਹਾਰਾਜ ਕਹਿੰਦੇ ਨੇ ਭਾਈ ਜਿਹੜੇ ਭਗਤੀ ਨਹੀਂ ਕਰਦੇ, ਭਗਤੀ ਦਾ ਭਾਵ ਭੈ ਵਾਲੀ ਗਤੀ, ਜਿਨ੍ਹਾਂ ਦੇ ਹਿਰਦੇ 'ਚ ਭੈ ਨਹੀਂ ਹੈ, ਜਿਹੜੇ ਰੱਬ ਤੋਂ ਡਰਦੇ ਨਹੀਂ ਗੇ, ਉਹ ਕੋਈ ਰੱਬ ਨਹੀਂ ਜੇ ਹੁੰਦਾ। ਉਹ ਕੋਈ ਲੋੜ ਨਹੀਂ ਅੰਮ੍ਰਿਤ ਵੇਲੇ ਉੱਠਣ ਦੀ, ਉਹ ਕਿੰਨੇ ਵੇਖਿਆ, ਉਹ ਨਾਮ ਜਪਣ ਦੀ ਲੋੜ ਨਹੀਂ, ਅਤੇ ਵਿਹਲੜ ਲੋਕਾਂ ਦਾ ਕੰਮ ਹੈ। ਉਹ ਲੈ ਗੁਰੂ ਘਰ ਜਾਣਾ, ਲੰਗਰ ਛਕ ਕੇ ਆਵਾਂਗੇ, ਕੜਾਹ ਖਾ ਕੇ ਆਵਾਂਗੇ, ਬਸ। ਜਿਨ੍ਹਾਂ ਦੀ ਸਾਧ ਸੰਗਤ ਜੀ ਬੁੱਧੀ ਇੱਥੋਂ ਤੱਕ ਹੀ ਟਿਕੀ ਹੈ, ਇਹ ਸਾਧ ਸੰਗਤ ਜੀ ਗੁਰੂ ਮਹਾਰਾਜ ਕਹਿੰਦੇ ਨੇ ਭਗਤੀ ਤੋਂ ਬਗੈਰ, ਡਰ ਤੋਂ ਬਗੈਰ ਰੱਬ ਦੇ ਵਿਸ਼ਟਾ ਦੇ ਵਿੱਚ ਵਾਸਾ ਹੁੰਦਾ ਹੈ। ਭਾਵ ਕਿ ਅਧੋਗਤੀ ਹੁੰਦੀ ਹੈ, ਤ੍ਰਿਗਧ ਜੂਨਾਂ ਦੇ ਵਿੱਚ ਵਾਸਾ ਹੁੰਦਾ ਹੈ। ਵਿਸ਼ਟਾ ਵਿੱਚ ਵਾਸਾ, ਵਿਸ਼ਟਾ ਵਿੱਚ ਫਿਰ ਪਾਏਦਾ, ਫਿਰ ਦੁਬਾਰਾ ਵਾਰ-ਵਾਰ ਵਿਸ਼ਟਾ ਦੇ ਵਿੱਚ ਸਾਧ ਸੰਗਤ ਜੀ ਬੰਦਾ ਕਿਰਮ ਹੋ ਕਰਕੇ ਪੈਂਦਾ ਹੈ। ਇਸ ਤਰ੍ਹਾਂ ਬੁਰੀ ਹਾਲਤ ਹੁੰਦੀ ਹੈ, ਬਹੁਤ ਦੁੱਖ ਜਿਹੜੇ ਨੇ ਉਹ ਸਾਧ ਸੰਗਤ ਜੀ ਭੋਗਣੇ ਪੈਂਦੇ ਨੇ ਇਸ ਮਨੁੱਖਾ ਸਰੀਰ ਨੂੰ, ਇਸ ਜੀਵ ਨੂੰ, ਇਸ ਰੂਹ ਨੂੰ, ਜੇ ਬੰਦਾ ਰੱਬ ਤੋਂ ਡਰੇ ਨਾ, ਰੱਬ ਦੀ ਬੰਦਗੀ ਨਾ ਕਰੇ। ਕਿਉਂਕਿ ਡਰ ਜਿਹੜਾ ਹੈ ਨਾ ਸਾਧ ਸੰਗਤ ਜੀ ਬੜੀ ਚੰਗੀ ਗੱਲ ਹੈ। ਰੱਬ ਦਾ ਭੈ ਹਿਰਦੇ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ। ਨਿਰਮਲ ਭਉ ਪਾਇਆ, ਹਿਰਦੇ ਦੇ ਵਿੱਚ ਨਿਰਮਲ ਪਵਿੱਤਰ, ਮਨ ਨੂੰ ਪਵਿੱਤਰ ਕਰਨ ਵਾਲਾ ਡਰ ਹਿਰਦੇ ਵਿੱਚ ਪੈ ਗਿਆ ਹੈ। ਜੇ ਅੰਮ੍ਰਿਤ ਵੇਲੇ ਨਾ ਉੱਠਾਂਗੇ ਨਾ ਗੁਰੂ ਮਹਾਰਾਜ ਨਾਰਾਜ਼ ਹੋਣਗੇ, ਜੇ ਨਿਤਨੇਮ ਨਾ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਰਾਜ਼ ਹੋ ਜਾਣਗੇ। ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰਾਂ ਦਾ ਭੈ ਜਿਹੜਾ ਹੈ ਹਿਰਦੇ ਦੇ ਵਿੱਚ ਰੱਖਾਂਗੇ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਨੇ ਚੜ੍ਹਦੀ ਕਲਾ ਹੋਵੇਗੀ, ਲੋਕ ਅਤੇ ਪਰਲੋਕ ਸੁਹੇਲੇ ਹੋਣਗੇ। ਇਸ ਕਰਕੇ ਸਾਧ ਸੰਗਤ ਜੀ ਚੋਰੀ ਜਾਰੀ ਠੱਗੀ ਤੋਂ ਬੰਦਾ ਡਰਦਾ ਰਹੇ, ਬੁਰੇ ਕੰਮਾਂ ਤੋਂ ਹਿਰਦੇ ਵਿੱਚ ਡਰ ਜ਼ਰੂਰ ਹੋਵੇ ਕਿ ਨਹੀਂ ਇਹ ਕੰਮ ਕਰਾਂਗੇ, ਅਤੇ ਹਿਰਦੇ ਵਿੱਚ ਸਾਧ ਸੰਗਤ ਜੀ ਡਰ ਪਰਮਾਤਮਾ ਦਾ ਜ਼ਰੂਰ ਪੈਦਾ ਹੋਣਾ ਚਾਹੀਦਾ ਹੈ। ਜਿਹੜਾ ਬੰਦਾ ਡਰਦਾ ਨਹੀਂ ਉਹਦਾ ਗੁਰੂ ਦੇ ਨਾਲ ਪਿਆਰ ਨਹੀਂ ਜੇ ਹੁੰਦਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਸਾਧ ਸੰਗਤ ਜੀ ਮਾਤਾ ਪਿਤਾ ਤੋਂ ਡਰਦਾ ਨਹੀਂ ਵੀ ਮਾਤਾ ਪਿਤਾ ਗੁੱਸੇ ਹੋਣਗੇ ਆ ਕੰਮ ਕਰਾਂਗੇ, ਤਾਂ ਜਿਹੜੇ ਡਰਦੇ ਨਹੀਂ ਨਾ ਮਾਤਾ ਪਿਤਾ ਤੋਂ, ਉਹ ਮਾਤਾ ਪਿਤਾ ਨਾਲ ਪਿਆਰ ਨਹੀਂ ਜੇ ਕਰਦੇ। ਇਸੇ ਤਰ੍ਹਾਂ ਜਿਹੜੇ ਗੁਰੂ ਪਾਸੋਂ ਡਰਦੇ ਨਹੀਂ, ਗੁਰੂ ਘਰਾਂ ਵਿੱਚ ਆ ਕਰਕੇ ਵੀ ਸਾਧ ਸੰਗਤ ਜੀ ਕੁਰੀਤੀਆਂ ਕਰਦੇ ਨੇ, ਉਹਨਾਂ ਨੂੰ ਫਿਰ ਸਾਧ ਸੰਗਤ ਜੀ ਵਿਸ਼ਟਾ ਵਿੱਚ ਵਿਸ਼ਟਾ ਫਿਰ ਪਾਏਦਾ, ਦੁਬਾਰਾ ਫਿਰ ਵਾਰ-ਵਾਰ ਵਿਸ਼ਟਾ ਦੇ ਵਿੱਚ ਪਾ ਕਰਕੇ ਸਾਧ ਸੰਗਤ ਜੀ ਕਿਰਮ ਜਿਹੜੇ ਨੇ ਨਾ ਉਹ ਬਣਾਇਆ ਜਾਂਦਾ ਹੈ। ਕਰਮ ਹੋਵੈ ਗੁਰ ਭਗਤ ਦ੍ਰਿੜਾਏ। ਕਰਮ ਦੇ ਸਾਧ ਸੰਗਤ ਜੀ ਦੋ ਅਰਥ ਨੇ। ਸੰਸਕ੍ਰਿਤ ਦੇ ਵਿੱਚ ਕਰਮ ਕਹਿੰਦੇ ਨੇ ਡੀਡਸ ਨੂੰ, ਐਕਸ਼ਨ ਨੂੰ। ਜਿਵੇਂ ਮਾਤਾ ਦੇ ਗਰਭ 'ਚੋਂ ਲੈ ਕਰਕੇ ਮਰਨ ਤੱਕ ਬੰਦਾ ਕਰਮ ਕਰਦਾ ਹੈ, ਚੱਲਣ ਦਾ ਕੰਮ, ਫਿਰ ਸਾਧ ਸੰਗਤ ਜੀ ਉੱਠਣ ਬੈਠਣ ਦਾ ਕੰਮ, ਵੇਖਣ ਦਾ ਕੰਮ, ਬੋਲਣ ਦਾ ਕੰਮ, ਇਹ ਸਾਰੇ ਕਰਮ ਦੇ ਵਿੱਚ ਆ ਜਾਂਦੇ ਨੇ। ਅਤੇ ਫਾਰਸੀ ਦੇ ਵਿੱਚ ਕਰਮ ਦਾ ਅਰਥ ਹੈ ਬਖਸ਼ਿਸ਼, ਫਾਰਸੀ ਦੇ ਵਿੱਚ ਕਰਮ ਦਾ ਅਰਥ ਹੈ ਕਿਰਪਾ। ਇਸ ਕਰਕੇ ਕਰਮ ਹੋਵੇ,
ਇੱਥੇ ਸਾਧ ਸੰਗਤ ਜੀ ਫਾਰਸੀ ਦਾ ਅਰਥ ਲੱਗੇਗਾ ਵੀ ਕਰਮ ਹੋਵੇ, ਪਰਮਾਤਮਾ ਦੀ ਬਖਸ਼ਿਸ਼ ਹੋਵੇ, ਪਰਮਾਤਮਾ ਦੀ ਨਜ਼ਰੋਂ ਇਨਾਇਤ ਹੋਵੇ, ਗੁਰ ਭਗਤ ਦ੍ਰਿੜਾਏ। ਗੁਰੂ ਦੀ ਭਗਤੀ ਜਿਹੜੀ ਹੈ ਉਹ ਦ੍ਰਿੜ ਹੋ ਜਾਂਦੀ ਹੈ। ਨਿਤਨੇਮ ਸਾਧ ਸੰਗਤ ਜੀ ਦ੍ਰਿੜਤਾ ਵਿੱਚ ਆ ਜਾਂਦਾ ਹੈ। ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਹਰ ਰੋਜ਼ 84 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸਨ। 12 ਸਾਲ ਲਗਾਤਾਰ ਇੱਕ ਦਿਨ ਵੀ ਗੁਰੂ ਮਹਾਰਾਜ ਨੇ ਨਾਗਾ ਨਹੀਂ ਪਾਇਆ। ਇੱਕ ਦਿਨ ਵੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਵਿੱਚ ਸਾਧ ਸੰਗਤ ਜੀ ਕਦੀ ਵੀ ਜਿੰਨਾ ਮਰਜ਼ੀ ਦੁੱਖ ਆ ਜਾਣ, ਜਿੰਨੇ ਮਰਜ਼ੀ ਵਿਘਨ ਆ ਜਾਣ, ਕਦੀ ਵੀ ਸੇਵਾ ਨੂੰ ਪਿੱਠ ਨਹੀਂ ਜੇ ਵਿਖਾਈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਲਗਾਤਾਰ ਇੱਕ ਰਸ ਗੁਰੂ ਮਹਾਰਾਜ ਦੀ ਸੇਵਾ ਕੀਤੀ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਦੀ ਭਗਤੀ ਦ੍ਰਿੜ ਹੋ ਜਾਂਦੀ ਹੈ। ਕਰਮ ਹੋਵੇ, ਜਿਨ੍ਹਾਂ ਦੇ ਉੱਤੇ ਕਰਮ ਬਖਸ਼ਿਸ਼ ਹੋਵੇ, ਉਹਨਾਂ ਦੀ ਸਾਧ ਸੰਗਤ ਜੀ ਗੁਰੂ ਦੀ ਭਗਤੀ ਵਿੱਚ ਦ੍ਰਿੜਤਾ ਪੈਦਾ ਹੁੰਦੀ ਹੈ। ਉਹ ਭਾਵੇਂ ਸਾਧ ਸੰਗਤ ਜੀ ਜਿੰਨੇ ਮਰਜ਼ੀ ਝੱਖੜ ਆਉਣ, ਜਿੰਨਾ ਮਰਜ਼ੀ ਮੀਂਹ ਵਰੇ, ਜੋ ਮਰਜ਼ੀ ਵਿਘਨ ਆਉਣ, ਉਹ ਗੁਰੂ ਘਰ ਦੇ ਨਾਲ ਟੁੱਟਦੇ ਨਹੀਂ। ਇਹ ਸਾਧ ਸੰਗਤ ਜੀ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਅਤੇ ਜੇ ਸਾਧ ਸੰਗਤ ਜੀ ਸੰਸਕ੍ਰਿਤ ਦਾ ਅਰਥ ਕਰਾਂਗੇ ਕਰਮ, ਕਰਮ ਹੋਵੇ, ਕਰਮ ਦਾ ਭਾਵ ਹੈ ਜੇ ਕਰਮ ਕਰਾਂਗੇ, ਕਰਮਸ਼ੀਲ ਹੋਵਾਂਗੇ, ਆਲਸੀ ਨਹੀਂ ਬਣ ਕੇ ਬੈਠ ਜਾਣਾ ਵੀ ਨਹੀਂ ਰੱਬ ਸਾਰਾ ਕੁਝ ਦੇਵੇਗਾ। ਇੱਕ ਵਾਰੀ ਸਾਧ ਸੰਗਤ ਜੀ ਇੱਕ ਜਿਗਿਆਸੂ ਨੇ ਰੱਬ ਦੇ ਉੱਤੇ ਭਰੋਸਾ ਤਾਂ ਸੀ, ਪਰ ਮਨ ਸਾਧ ਸੰਗਤ ਜੀ ਡੋਲਦਾ ਸੀ ਕਿ ਰੱਬ ਸਾਰਾ ਕੁਝ ਦਿੰਦਾ ਹੈ, ਸਾਰਿਆਂ ਨੂੰ ਦਿੰਦਾ ਹੈ। ਉਹਨੇ ਕੀ ਵੇਖਿਆ, ਜੰਗਲ ਦੇ ਵਿੱਚ ਇੱਕ ਸ਼ੇਰ ਨੇ ਸ਼ਿਕਾਰ ਕੀਤਾ। ਆਪ ਰੱਜ ਪੁੱਜ ਕਰਕੇ ਸਾਧ ਸੰਗਤ ਜੀ ਥੋੜ੍ਹਾ ਕੁ ਬਚਿਆ ਜਿਹੜਾ ਮਾਸ ਸੀ ਛੱਡ ਦਿੱਤਾ ਸ਼ਿਕਾਰ, ਅਤੇ ਪਿੱਛੋਂ ਇੱਕ ਲੋਮੜੀ ਜਿਹੜੀ ਹੈ ਜਿਹਦੀਆਂ ਪਿਛਲੀਆਂ ਲੱਤਾਂ ਟੁੱਟੀਆਂ ਨੇ, ਉਹ ਸਾਧ ਸੰਗਤ ਜੀ ਰਿੜਦੀ ਹੋਈ ਇਸ ਤਰ੍ਹਾਂ ਆ ਕਰਕੇ ਅਤੇ ਜਿਹੜਾ ਬਚਿਆ ਕੁਚਿਆ ਹੈ ਨਾ ਮਾਸ ਉਹ ਖਾਣ ਲੱਗ ਪਈ। ਇਹ ਸਾਰਾ ਕੁਝ ਜਦੋਂ ਨੇ ਵੇਖਿਆ, ਉਹ ਸਾਧ ਸੰਗਤ ਜੀ ਜਿਗਿਆਸੂ, ਉਹਨੇ ਵੇਖਿਆ ਵੀ ਠੀਕ ਹੈ ਅਪਾਹਜ ਹੈ, ਹਾਂ ਸਰੀਰ ਦੇ ਵਿੱਚ ਨੁਕਸ ਹੈ, ਤਰੁੱਟੀਆਂ ਨੇ, ਫਿਰ ਵੀ ਪਰਮਾਤਮਾ ਉਹਨੂੰ ਦੇ ਰਿਹਾ ਹੈ ਅਤੇ ਮੈਨੂੰ ਵੀ ਦੇਵੇਗਾ। ਇਸ ਤਰ੍ਹਾਂ ਸਾਧ ਸੰਗਤ ਜੀ ਭਾਵਨਾ ਰੱਖ ਕਰਕੇ ਆਪ ਇੱਕ ਗੁਫਾ ਦੇ ਵਿੱਚ ਪਹਾੜਾਂ ਵਿੱਚ ਜਾ ਕਰਕੇ ਬਹਿ ਗਿਆ ਵੀ ਆਪੇ ਰੱਬ ਦੇਵੇਗਾ। ਅਤੇ ਸਾਧ ਸੰਗਤ ਜੀ ਇੱਕ ਦਿਨ ਹੋਇਆ, 2 ਦਿਨ ਹੋਏ, 3 ਦਿਨ ਬਤੀਤ ਹੋ ਗਏ, ਚੌਥਾ ਦਿਨ ਆ ਗਿਆ, ਕੋਈ ਨਹੀਂ ਆਇਆ। ਲੰਗਰ ਪ੍ਰਸ਼ਾਦਾ ਲੈ ਕਰਕੇ ਕੋਈ ਨਹੀਂ ਆਇਆ, ਫੁੱਕਾ ਜਲ ਵੀ ਨਹੀਂ ਕੋਈ ਸਾਧ ਸੰਗਤ ਜੀ ਲੈ ਕਰਕੇ ਆਇਆ। ਅਤੇ ਮਨ ਡੋਲ ਗਿਆ, ਨਹੀਂ ਰੱਬ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਰੱਬ ਕਿਸੇ ਨੂੰ ਕੁਝ ਦਿੰਦਾ ਨਹੀਂ। ਇਸ ਤਰ੍ਹਾਂ ਜਦੋਂ ਸਾਧ ਸੰਗਤ ਜੀ ਮੰਨੇਵਾਜ, ਮਨ ਦੇ ਵਿੱਚ ਨਿਸ਼ਰਦਕਪੁਣਾ, ਕੱਚਾਪੁਣਾ ਸਾਧ ਸੰਗਤ ਜੀ ਪੈਦਾ ਹੋਇਆ। ਨਾਲ ਹੀ ਅਕਾਲ ਪੁਰਖ ਵਾਹਿਗੁਰੂ ਨੇ ਆਕਾਸ਼ਵਾਣੀ ਕੀਤੀ ਵੀ ਜਿਗਾਸੂਆ ਗੁਰਮੁਖਾ, ਵੀ ਤੂੰ ਲੋਮੜੀ ਵਾਂਗ ਇਸ ਤਰ੍ਹਾਂ ਦੀ ਸੋਚ ਕਿਉਂ ਰੱਖਦਾ ਹੈ ਕਿ ਜੇ ਬਚ ਜਾਵੇਗਾ ਉਹ ਖਾ ਲਵਾਂਗੇ, ਉਹ ਲੈ ਲਵਾਂਗੇ। ਆਪ ਮਿਹਨਤ ਕਰ, ਮਸ਼ੱਕਤ ਕਰ, ਤੈਨੂੰ ਰੱਬ ਨੇ 2 ਹੱਥ ਦਿੱਤੇ ਨੇ, 2 ਪੈਰ ਦਿੱਤੇ ਨੇ, ਅੱਖ, ਕੰਨ, ਨੱਕ, ਵਧੀਆ ਸਰੀਰ ਦਿੱਤਾ ਹੈ, ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ ਹੈ। ਰਾਤ ਦਿਨ ਮਿਹਨਤ ਕਰ, ਮਿਹਨਤ ਮਸ਼ੱਕਤ ਕਰਕੇ ਪੈਸੇ ਕਮਾ, ਮਿਹਨਤ ਕਰ ਅਤੇ ਪੈਸੇ ਕਮਾ ਕਰਕੇ, ਧਨ ਕਮਾ ਕਰਕੇ ਆਪ ਵੀ ਖਾ, ਪਰਿਵਾਰ ਨੂੰ ਵੀ ਖਵਾ, ਅਤੇ ਦਸਵੰਧ ਕੱਢ, ਗੁਰੂ ਘਰ ਦੇ ਲੇਖੇ ਲਾ, ਪਰਮਾਤਮਾ ਦੀ ਇਸ ਸੇਵਾ ਵਿੱਚ ਮਾਇਆ ਅਰਪਣੀ ਕਰ, ਅਤੇ ਗੋ ਗਰੀਬ ਨੂੰ ਸਾਧ ਸੰਗਤ ਜੀ ਧਨ ਪਦਾਰਥ ਅਰਪਣਾ ਕਰ, ਵੰਡਣਾ ਕਰ। ਸ਼ੇਰ ਬਣ ਕਰਕੇ ਆਪ ਸ਼ਿਕਾਰ ਖਾਣਾ ਕਰ, ਲੋਮੜੀ ਕਿਉਂ ਬਣ ਰਿਹਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਦ੍ਰਿਸ਼ਟਾਂਤ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ। ਕਰਮ ਹੋਵੇ, ਕਰਮ ਸਾਧ ਸੰਗਤ ਜੀ ਕਰਮਸ਼ੀਲ ਹੋਣਾ ਚਾਹੀਦਾ ਹੈ। ਸਾਨੂੰ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਆਲਸੀ ਬਣ ਕਰਕੇ ਨਹੀਂ ਬੈਠਣਾ ਚਾਹੀਦਾ ਕਿ ਨਹੀਂ ਜੀ ਸਾਰਾ ਕੁਝ ਰੱਬ ਹੀ ਦਿੰਦਾ ਹੈ। ਜੇ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਮੰਨ ਲਵਾਂਗੇ, ਫਿਰ ਤਾਂ ਸਾਧ ਸੰਗਤ ਜੀ ਮੰਜੇ ਤੋਂ ਉੱਠਣ ਦੀ ਵੀ ਲੋੜ ਨਹੀਂ, ਆਪੇ ਰੱਬ ਉਠਾਵੇਗਾ। ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਹੁਜਤਾਂ ਮਨ ਵਿੱਚ ਪੈਦਾ ਹੋ ਜਾਂਦੀਆਂ ਨੇ। ਇਸ ਕਰਕੇ ਬੰਦਾ ਉੱਦਮੀ ਹੋਵੇ, ਉੱਦਮ ਕਰੋ ਵਡਭਾਗੀ ਹੋ, ਉੱਦਮੀ ਹੋਵੇ ਸਾਧ ਸੰਗਤ ਜੀ। ਮਨ ਨੂੰ ਹਮੇਸ਼ਾ ਉੱਦਮ ਦੇ ਵਿੱਚ ਲਾਉਣਾ ਚਾਹੀਦਾ ਹੈ। ਗੁਰੂ ਮਹਾਰਾਜ ਕਹਿੰਦੇ ਨੇ ਕਰਮ ਹੋਵੇ ਗੁਰ ਭਗਤ ਦ੍ਰਿੜਾਏ। ਜਿਹੜਾ ਉੱਦਮ ਕਰਦਾ ਹੈ ਨਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਉੱਠਣਾ ਬਹੁਤ ਵੱਡਾ ਉੱਦਮ ਹੈ, ਸੌਖਾ ਕੰਮ ਨਹੀਂ ਹੈ ਮੰਜੇ ਨੂੰ ਛੱਡਣਾ। ਖਾਸ ਕਰਕੇ ਸਿਆਲ ਦੇ ਦਿਨਾਂ 'ਚ, ਠੰਡ ਦੇ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਰਜਾਈ ਵਿੱਚੋਂ ਨਿਕਲਣਾ ਬੜਾ ਔਖਾ, ਅੰਮ੍ਰਿਤ ਵੇਲੇ ਉੱਠਣਾ ਬਹੁਤ ਔਖਾ।
ਉਦਮ ਕਰੇ ਬੰਦਾ, ਕਰਮ ਹੋਵੇ, ਕਰਮਸ਼ੀਲ ਹੋਵੇ, ਉਦਮੀ ਹੋਵੇ, ਤੇ ਫਿਰ ਅੰਮ੍ਰਿਤ ਵੇਲੇ ਉੱਠੇ। ਤੇ ਅੰਮ੍ਰਿਤ ਵੇਲੇ ਉੱਠ ਕਰਕੇ ਸਾਧ ਸੰਗਤ ਜੀ ਫਿਰ ਦੁਬਾਰਾ ਨਾ ਸੌਂ ਜਾਵੇ। ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਹੋਰ ਉਦਮ ਕਰੇ, ਇਸ਼ਨਾਨ ਕਰੇ। ਫਿਰ ਸਾਧ ਸੰਗਤ ਜੀ ਜਿਹੜੇ ਹੋਰ ਉਦਮੀ ਹੁੰਦੇ ਨੇ, ਉਹ ਜਿੰਨਾ ਮਰਜ਼ੀ ਠੰਡ ਹੋਵੇ, ਉਹ ਸਾਧ ਸੰਗਤ ਜੀ ਠੰਡ ਵਿੱਚ ਵੀ ਠੰਡੇ ਪਾਣੀ ਦੇ ਨਾਲ ਹੀ ਇਸ਼ਨਾਨ ਕਰਦੇ ਨੇ। ਹੁਣ ਕਿਸਾਨਾਂ ਦਾ ਮੋਰਚਾ ਲੱਗਾ ਹੈ, ਉੱਥੇ ਕਿਹੜੇ ਸਾਧ ਸੰਗਤ ਜੀ ਘਰ ਪਰਿਵਾਰ ਹੈ ਜਾਂ ਮਾਈ ਬੈਠੀ ਹੈ ਜਿਹੜੀ ਸਾਧ ਸੰਗਤ ਜੀ ਪੁੱਤਾਂ ਨੂੰ ਗਰਮ ਪਾਣੀ ਦੇ ਕਰਕੇ ਸਾਧ ਸੰਗਤ ਜੀ ਇਸ਼ਨਾਨ ਵਾਸਤੇ ਦੇਵੇ। ਉਹ ਵਿਚਾਰੇ ਨੇ ਠੰਡ 'ਚ ਸਾਧ ਸੰਗਤ ਜੀ ਠੰਡੇ ਪਾਣੀ ਦੇ ਨਾਲ ਹੀ ਇਸ਼ਨਾਨ ਕਰ ਰਹੇ ਨੇ ਨਾ, ਜੋ ਵੀ ਮਿਲ ਗਿਆ ਉਹਦੇ ਨਾਲ ਹੀ ਸਾਰ ਰਹੇ ਨੇ ਨਾ। ਇਸ ਤਰ੍ਹਾਂ ਸਾਧ ਸੰਗਤ ਜੀ ਕਰਮਸ਼ੀਲ ਹੋਵੇ, ਉਦਮੀ ਹੋਵੇ, ਅਤੇ ਗੁਰੂ ਦੀ ਭਗਤੀ ਜਿਹੜੀ ਹੈ ਦ੍ਰਿੜ ਹੁੰਦੀ ਹੈ। ਫਿਰ ਆਲਸੀਆਂ ਨੂੰ ਨਹੀਂ, ਉਦਮੀ ਹੋਵੇ, ਕਰਮਸ਼ੀਲ ਹੋਵੇ, ਜਿਹੜੇ ਗੁਰੂ ਦੀ ਭਗਤੀ ਨੂੰ ਦ੍ਰਿੜ ਕਰਦੇ ਹਨ। ਵਿਣ ਕਰਮਾ ਕਿਉ ਪਾਇਆ ਜਾਏ। ਕਰਮਾਂ ਤੋਂ ਬਗੈਰ, ਬਖਸ਼ਿਸ਼ ਤੋਂ ਬਗੈਰ ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ? ਜਾਂ ਫਿਰ ਕਰਮ ਕੀਤੇ ਤੋਂ ਬਗੈਰ, ਕੁਝ ਕਰਾਂਗੇ ਨਹੀਂ ਤੇ ਕਿਵੇਂ ਕੁਝ ਮਿਲ ਜਾਵੇਗਾ? ਕੁਝ ਕੀਤੇ ਤੋਂ ਬਗੈਰ ਕਿਵੇਂ ਕੁਝ ਮਿਲ ਜਾਵੇਗਾ? ਇਸ ਤਰ੍ਹਾਂ ਨਹੀਂ ਹੁੰਦਾ ਕਿ ਕਰੀਏ ਕੁਝ ਨਾ ਤੇ ਰੱਬ ਵੀ ਮਿਲ ਜਾਵੇ, ਕਰੀਏ ਕੁਝ ਨਾ ਤੇ ਸਾਰੇ ਸੁੱਖ ਵੀ ਮਿਲ ਜਾਣ। ਅੱਜ ਦਾ ਸਾਧ ਸੰਗਤ ਜੀ ਬੰਦੇ ਦਾ ਦਿਮਾਗ ਜਿਹੜਾ ਹੈ ਬਨੀਆਂ ਹੋ ਗਿਆ ਹੈ। ਬਨੀਆਂ ਦੇ ਵਾਂਗ ਸਾਧ ਸੰਗਤ ਜੀ ਬੰਦਾ ਸੋਚਦਾ ਹੈ ਵੀ ਥੋੜ੍ਹਾ ਕਰਾਂ ਤੇ ਜ਼ਿਆਦਾ ਪ੍ਰੋਫਿਟ ਆਵੇ, ਥੋੜ੍ਹਾ ਕੰਮ ਕਰਾਂ ਤੇ ਬਹੁਤ ਜ਼ਿਆਦਾ ਧਨ ਆਵੇ, ਥੋੜ੍ਹੀ ਸੇਵਾ ਕਰਾਂ ਤੇ ਬਹੁਤ ਜ਼ਿਆਦਾ ਸੁੱਖ ਆ ਜਾਣ, ਥੋੜ੍ਹਾ ਸਾਧ ਸੰਗਤ ਜੀ ਪਰਿਵਾਰ ਨੂੰ ਟਾਈਮ ਦੇਵਾਂ ਤੇ ਬਹੁਤ ਜ਼ਿਆਦਾ ਪਰਿਵਾਰ ਮੇਰੀ ਮਦਦ ਕਰੇ। ਇਸ ਤਰ੍ਹਾਂ ਨਹੀਂ ਭਾਈ। ਸਾਧ ਸੰਗਤ ਜੀ ਵਿਣ ਕਰਮਾ ਕਿਉਂ ਪਾਈਆ ਜਾਈ। ਬਗੈਰ ਕਰਮਾਂ ਤੋਂ ਜੇ ਕਰਮ ਕਰਾਂਗੇ ਨਹੀਂ ਫਿਰ ਰੱਬ ਦੀ ਪ੍ਰਾਪਤੀ ਕਿਵੇਂ ਹੋਵੇਗੀ? ਉਦਮ ਕਰਕੇ, ਕਰਮ ਕਰਕੇ ਹੀ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ। ਰਾਤ ਦਿਨ ਮਹਾਂਪੁਰਖ ਸੇਵਾ ਕਰਦੇ ਨੇ। ਬ੍ਰਹਮ ਗਿਆਨੀ ਮਹਾਂਪੁਰਸ਼, ਸੰਤ ਮਹਾਂਪੁਰਸ਼ ਨਿਤਨੇਮ ਕਰਦੇ ਨੇ, ਬਾਣੀ ਦੇ ਨਾਲ ਜੁੜੇ ਰਹਿੰਦੇ ਨੇ। ਸੁੱਤਿਆਂ ਪਿਆਂ ਵੀ ਸਾਧ ਸੰਗਤ ਜੀ ਜ਼ਬਾਨ ਦੇ ਨਾਲ ਗੁਰੂ 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 ਜਪਦੇ ਰਹਿੰਦੇ ਨੇ। ਇਸ ਤਰ੍ਹਾਂ ਉਦਮੀ ਹੋ ਕਰਕੇ ਸਾਧ ਸੰਗਤ ਜੀ ਰੱਬ ਨੂੰ ਪਾਇਆ ਜਾਂਦਾ ਹੈ। ਆਲਸੀ ਹੋ ਕਰਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਗੁਰੂ ਮਹਾਰਾਜ ਕਹਿੰਦੇ ਵਿਣ ਕਰਮਾ ਬਖਸ਼ਿਸ਼ ਤੋਂ ਬਗੈਰ ਕਿਉਂ ਪਾਇਆ ਜਾਏ। ਜੇ ਬਖਸ਼ਿਸ਼ ਹੀ ਨਾ ਹੋਵੇ ਫਿਰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਠੀਕ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ ਹੈ, ਅੱਖਾਂ ਤੋਂ ਪਰਾਈ ਇਸਤਰੀ ਦਾ ਰੂਪ ਨਹੀਂ ਵੇਖਦਾ, ਕੰਨਾਂ ਨਾਲ ਨਿੰਦਿਆ ਚੁਗਲੀ ਨਹੀਂ ਕਰਦਾ, ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਸੁਣਦਾ ਨਹੀਂ, ਜ਼ਬਾਨ ਦੇ ਨਾਲ ਨਿੰਦਿਆ ਚੁਗਲੀ ਕਰਦਾ ਨਹੀਂ, ਹੱਥਾਂ ਪੈਰਾਂ ਦੇ ਨਾਲ ਕੋਈ ਕਰਮ ਨਹੀਂ ਕਰਦਾ, ਫਿਰ ਵੀ ਅਖੀਰ 'ਤੇ ਸਾਧ ਸੰਗਤ ਜੀ ਮਨ ਜਿਹੜਾ ਹੈ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਬਖਸ਼ਿਸ਼ ਕਿਰਪਾ ਤੋਂ ਬਗੈਰ ਮਨ ਹੱਥ 'ਚ ਨਹੀਂ ਜੇ ਆਉਣ ਲੱਗਾ। ਪੂਰੀ ਬਖਸ਼ਿਸ਼ ਪਰਮਾਤਮਾ ਦੀ ਪੂਰੀ ਖੁਸ਼ੀ ਹੋਵੇ, ਪੂਰੀ ਖੁਸ਼ੀ, ਫਿਰ ਸਾਧ ਸੰਗਤ ਜੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਬਗੈਰ ਕਿਰਪਾ ਤੋਂ, ਬਗੈਰ ਕਰਮਾਂ ਤੋਂ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ। ਆਪੇ ਕਰੇ ਕਰਾਏ ਕਰਤਾ, ਜਿਉ ਭਾਵੈ ਤਿਵੈ ਚਲਾਏਂਦਾ। ਸਮਾਨ ਗਿਆਨ ਦੇ ਨਾਲ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਹਿੰਦੇ ਨੇ ਆਪੇ ਪਰਮਾਤਮਾ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ। ਜਿਉ ਭਾਵੈ ਤਿਵੈ ਚਲਾਏਦਾ। ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹੀ ਬੰਦਾ ਚੱਲਦਾ ਹੈ। ਹੁਣ ਇੱਥੇ ਬੰਦਾ ਸੋਚੇਗਾ ਵੀ ਉਤਲੀਆਂ ਪੰਕਤੀਆਂ ਦੇ ਵਿੱਚ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਕਰਮ ਕਰ, ਅਤੇ ਦੂਸਰੀ ਪੰਕਤੀ ਵਿੱਚ ਹੁਣ ਕਹਿੰਦੇ ਨੇ ਪਰਮਾਤਮਾ ਆਪੇ ਹੀ ਸਾਰਾ ਕੁਝ ਕਰਾ ਲੈਂਦਾ ਹੈ। ਵੀ ਜੇ ਆਪੇ ਹੀ ਸਾਰਾ ਕੁਝ ਕਰਾਉਂਦਾ ਹੈ ਫਿਰ ਮਹਾਰਾਜ ਕਰਮ ਕਰਨ ਵਾਸਤੇ ਕਿਉਂ ਕਹਿ ਰਹੇ ਨੇ? ਉਦਮ ਕਰਨ ਵਾਸਤੇ ਕਿਉਂ ਕਹਿ ਰਹੇ ਨੇ? ਫਿਰ ਅੰਮ੍ਰਿਤ ਵੇਲੇ ਉੱਠਣ ਦੀ ਕੀ ਲੋੜ ਹੈ? ਜੇ ਸਾਰਾ ਕੁਝ ਰੱਬ ਹੀ ਕਰਾਉਂਦਾ ਹੈ, ਜੇ ਸਾਰਾ ਕੁਝ ਰੱਬ ਦੇ ਹੱਥ ਵੱਸ ਹੀ ਹੈ, ਅਤੇ ਫਿਰ ਅਸੀਂ ਕਿਉਂ ਕੁਝ ਕਰੀਏ? ਸਾਰਾ ਕੁਝ ਆਪੇ ਹੋ ਜਾਵੇਗਾ, ਆਪੇ ਸੇਵਾ ਹੋਵੇਗੀ, ਆਪੇ ਸਿਮਰਨ ਹੋਵੇਗਾ, ਆਪੇ ਹੀ ਅੰਮ੍ਰਿਤ ਵੇਲੇ ਉੱਠ ਲਵਾਂਗੇ, ਆਪੇ ਹੀ ਬਾਣੀ ਪੜ੍ਹ ਲਵਾਂਗੇ, ਆਪੇ ਹੋ ਜਾਵੇਗਾ ਸੁਤੇ ਸਿੱਧ। ਅਸੀਂ ਕਿਉਂ ਕਰੀਏ ਆਪ? ਜਦੋਂ ਸਾਧ ਸੰਗਤ ਜੀ ਅਸਲ ਦੇ ਵਿੱਚ ਬਾਣੀ ਦੇ ਉਚਾਰਨ ਦਾ ਭਾਵ ਵੇਖਣਾ ਚਾਹੀਦਾ ਹੈ। ਜਦੋਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਨੇ ਨਾ, ਮੈਂ ਨ ਗਣੇਸ਼ ਹੈ ਪ੍ਰਥਮ ਮਨਾਉ,
ਕਿਸਨ ਬਿਸਨ ਕਬਹੁ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਉਦੋਂ ਸਾਧ ਸੰਗਤ ਜੀ ਸਾਰਿਆਂ ਦਾ ਖੰਡਨ ਕਰਦੇ ਨੇ, ਅੱਖਾਂ ਬੰਦ ਕਰਕੇ ਆਪਣੇ ਆਪ ਦਾ, ਆਪਣੀ ਆਤਮਾ ਦਾ ਮੰਡਨ ਕਰਦੇ ਨੇ। ਬਾਹਰਲੀ ਸ੍ਰਿਸ਼ਟੀ ਦਾ ਖੰਡਨ ਕਰ ਰਹੇ ਨੇ ਕਿ ਮੈਂ ਨਾ ਗਣੇਸ਼ ਨੂੰ ਮੰਨਦਾ, ਨਾ ਮੈਂ ਕਿਸੇ ਹੋਰ ਦੇਵੀ ਦੇਵਤੇ ਨੂੰ ਮੰਨਦਾ। ਅੰਦਰ ਹੀ ਮੇਰੇ ਰੱਬ ਬੈਠਾ ਹੈ, ਹਿਰਦੇ ਦੇ ਵਿੱਚ ਹੀ ਲਿਵ ਲੱਗੀ ਹੋਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਿਸ਼ੇਸ਼ ਗਿਆਨ ਹੈ, ਆਪਣੇ ਆਪ ਵੱਲ ਸਾਧ ਸੰਗਤ ਜੀ ਅੰਦਰ ਰੱਬ ਨੂੰ ਵੇਖਦੇ ਨੇ। ਅਤੇ ਜਦੋਂ ਗੁਰੂ ਮਹਾਰਾਜ ਕਹਿੰਦੇ ਨੇ ਜਲੇ ਹਰੀ ਥਲੇ ਹਰੀ, ਈਹਾਂ ਹਰੀ ਊਹਾਂ ਹਰੀ, ਕਾਲ ਤੁਹੀ ਕਾਲੀ ਤੁਹੀ ਤੁਹੀ ਤਬਰ ਤਲਵਾਰ, ਨਾਮ ਤਿਹਾਰੋ ਜੋ ਜਪੇ ਭਏ ਸਿੰਧ ਭਵ ਪਾਰ। ਉਦੋਂ ਸਮਾਨ ਦ੍ਰਿਸ਼ਟੀ ਦੇ ਨਾਲ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵੇਖਦੇ ਨੇ, ਬਾਹਰ ਵੇਖਦੇ ਨੇ ਵਾਹਿਗੁਰੂ ਨੂੰ, ਪਰਮਾਤਮਾ ਨੂੰ। ਅੱਖਾਂ ਖੋਲ੍ਹਦੇ ਨੇ ਅਤੇ ਬਾਹਰ ਵੇਖਦੇ ਨੇ, ਅੱਖਾਂ ਬੰਦ ਕਰਦੇ ਨੇ, ਬਾਹਰ ਦੇ ਸੰਸਾਰ ਦਾ ਖੰਡਨ ਕਰਦੇ ਨੇ, ਆਪਣੇ ਅੰਦਰ ਵਾਹਿਗੁਰੂ ਨੂੰ ਝਾਕਦੇ ਹਨ। ਇਸ ਤਰ੍ਹਾਂ ਪਰਮਾਤਮਾ ਨੂੰ ਸਮਾਨ ਗਿਆਨ ਦੇ ਨਾਲ ਕਿ ਇਹ ਪਰਮਾਤਮਾ ਜੀ ਸਾਰਾ ਕੁਝ ਆਪ ਜੀ ਦੇ ਵੱਸ ਹੀ ਹੈ, ਸਾਰਾ ਕੁਝ ਆਪ ਜੀ ਦੇ ਹੱਥ ਵੱਸ ਹੈ, ਸਾਰਾ ਕੁਝ ਆਪ ਜੀ ਹੀ ਕਰਾਉਂਦੇ ਹੋ, ਕਰਤਾ ਅਤੇ ਭੋਗਤਾ ਆਪ ਹੀ ਹੋ। ਅਤੇ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਦ੍ਰਿਸ਼ਟੀ ਹੈ ਬ੍ਰਹਮ ਗਿਆਨ ਦੀ, ਗੁਰੂ ਸਤਿਗੁਰੂ ਦੀ ਇਹ ਸਾਧ ਸੰਗਤ ਜੀ ਵੱਡੀ ਦ੍ਰਿਸ਼ਟੀ ਹੈ ਕਿ ਪਰਮਾਤਮਾ ਹੀ ਸਾਰਾ ਕੁਝ ਕਰਾਉਂਦਾ ਹੈ। ਅਸਲ ਦੇ ਵਿੱਚ ਪ੍ਰੇਰਕ ਵੀ ਸਾਧ ਸੰਗਤ ਜੀ ਹਿਰਦੇ ਦੇ ਵਿੱਚ ਅੰਦਰ ਪ੍ਰੇਰਨਾ ਦੇਣ ਵਾਲਾ ਪਰਮੇਸ਼ਰ ਹੀ ਹੈ। ਇਸ ਕਰਕੇ ਜਿਵੇਂ ਪਰਮਾਤਮਾ ਨੂੰ ਭਾਉਂਦਾ ਹੈ, ਤਿਵੇਂ ਪਰਮਾਤਮਾ ਸੰਸਾਰ ਨੂੰ ਚਲਾ ਰਿਹਾ ਹੈ। ਸਿਮਰਤ ਸਾਸਤ ਅੰਤ ਨ ਜਾਣੈ। ਧਰਮ ਗ੍ਰੰਥਾਂ ਕਰਕੇ ਸਾਧ ਸੰਗਤ ਜੀ ਪਰਮਾਤਮਾ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ। 4 ਵੇਦ ਨੇ, 6 ਸ਼ਾਸਤਰ ਨੇ, 27 ਸਿਮਰਤੀਆਂ ਨੇ, 18 ਪੁਰਾਣ ਨੇ, ਅੰਜੀਲ ਹੈ, ਤੌਰੇਤ ਹੈ, ਬਾਈਬਲ ਹੈ, ਕੁਰਾਨ ਹੈ, ਕਈ ਧਰਮ ਗ੍ਰੰਥ ਨੇ, ਗੀਤਾ ਹੈ, ਮਹਾਭਾਰਤ ਹੈ, ਰਾਮਾਇਣ ਹੈ, ਅਸ਼ਟਾਵਕਰ ਗੀਤਾ ਹੈ, ਯੋਗ ਵਸਿਸ਼ਠ ਹੈ, ਬ੍ਰਹਮ ਸੂਤਰ ਹੈ, ਅਦਵੈਤ ਸਿੱਧੀ ਹੈ, ਕਈ ਹਜ਼ਾਰਾਂ ਹੀ ਤਰ੍ਹਾਂ ਦੇ ਗ੍ਰੰਥ ਨੇ। ਅਤੇ ਸਾਧ ਸੰਗਤ ਜੀ ਗ੍ਰੰਥਾਂ ਕਰਕੇ ਜਾਂ ਗ੍ਰੰਥਾਂ ਨੂੰ ਪੜ੍ਹਨ ਕਰਕੇ ਪਰਮੇਸ਼ਰ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ। ਹਾਂ, ਇਨਫੋਰਮੇਟਿਵ ਨੌਲੇਜ ਜਿਹੜੀ ਹੈ ਗ੍ਰੰਥਾਂ 'ਚ ਮਿਲ ਜਾਂਦੀ ਹੈ, ਗਿਆਨ ਪਤਾ ਲੱਗ ਜਾਂਦਾ ਹੈ ਕਿ ਆਹ ਕੰਮ ਇਸ ਤਰ੍ਹਾਂ ਨੇ, ਇਹ ਕੰਮ ਇਸ ਤਰ੍ਹਾਂ ਦੇ ਨੇ, ਪਤਾ ਲੱਗ ਜਾਂਦਾ ਹੈ। ਪਰ ਜਿੰਨਾ ਚਿਰ ਨਾਮ ਨਹੀਂ ਨਾ ਜਪਦਾ, ਉਹਨਾਂ ਚਿਰ ਅੰਦਰੋਂ ਗਿਆਨ ਜਿਹੜਾ ਨਹੀਂ, ਅਨੁਭਵੀ ਗਿਆਨ, ਉਹ ਨਹੀਂ ਜੇ ਪੈਦਾ ਹੋਣ ਲੱਗਾ। ਕਿਤਾਬਾਂ ਪੜ੍ਹ ਕਰਕੇ ਬੰਦਾ ਸਾਧ ਸੰਗਤ ਜੀ ਤੇਜ਼ ਬੋਲ ਲਵੇਗਾ, ਕਥਾਕਾਰ ਬਣ ਜਾਵੇਗਾ, ਬਹੁਤ ਵਧੀਆ ਬੋਲ ਲਵੇਗਾ, ਪਰ ਅੰਦਰੋਂ ਫੋਕਾਪਣਾ, ਖਾਲੀਪਣਾ ਜ਼ਰੂਰ ਰਹਿੰਦਾ ਹੈ। ਅੰਦਰਲੇ ਵਿਕਾਰ ਮਰਦੇ ਨਹੀਂ, ਮਨ ਟਿਕਦਾ ਨਹੀਂ। ਬਹੁਤ ਜ਼ਿਆਦੀਆਂ ਕਿਤਾਬਾਂ ਪੜ੍ਹ ਕੇ ਬਹੁਤ ਸਗੋਂ ਸਾਧ ਸੰਗਤ ਜੀ ਕਿਤਾਬੀ ਕੀੜਾ ਬਣ ਜਾਂਦਾ ਹੈ। ਕਈ ਤਾਂ ਹੰਕਾਰ ਹੀ ਸਾਧ ਸੰਗਤ ਜੀ ਪੜ੍ਹ ਗੱਡੀ ਲੱਦੀਏ ਹੈ, ਪੜ੍ਹ ਭਰੀਏ ਹੈ, ਸਾਥ ਵਾਲੀ ਹਾਲਤ ਹੁੰਦੀ ਹੈ ਵੀ ਮੈਂ ਇੰਨੇ ਗ੍ਰੰਥ ਪੜ੍ਹੇ ਨੇ, ਮੈਂ ਇੰਨੇ ਗ੍ਰੰਥ ਪੜ੍ਹੇ ਨੇ। ਬੰਦਾ ਐਵੇਂ ਹੀ ਸਾਧ ਸੰਗਤ ਜੀ ਵਿੱਚ ਹਉਮੈ ਝਖਣਾ, ਝਾਕ, ਹੰਕਾਰ ਦੇ ਵਿੱਚ ਝੱਖਾ ਮਾਰਨ ਵਾਲੀਆਂ ਗੱਲਾਂ ਹੋ ਜਾਂਦੀਆਂ ਨੇ। ਇਸ ਕਰਕੇ ਜਿਹਨੇ ਰੱਬ ਦਾ ਨਾਮ ਨਹੀਂ ਜਪਿਆ, ਉਹਨੇ ਕੋਈ ਪੜ੍ਹਾਈ ਨਹੀਂ ਕੀਤੀ, ਅਤੇ ਜਿਹਨੇ ਰੱਬ ਦਾ ਨਾਮ ਜਪਿਆ, ਉਹਨੇ ਸਾਧ ਸੰਗਤ ਜੀ ਕੋਈ ਪੜ੍ਹਾਈ ਛੱਡੀ ਨਹੀਂ। ਉਹਨੂੰ ਸਾਰੀਆਂ ਵਿਦਿਆਵਾਂ ਆਪਣੇ ਆਪ ਸਫੁਰਨ ਹੁੰਦੀਆਂ ਹਨ, ਆਪਣੇ ਆਪ ਫੁਰਦੀਆਂ ਹਨ। ਇਸ ਤਰ੍ਹਾਂ ਅਨੁਭਵੀ ਗਿਆਨ ਜਿਹੜਾ ਹੈ ਉਹ ਸਾਧ ਸੰਗਤ ਜੀ ਨਾਮ ਜਪਣ ਦੇ ਨਾਲ ਹੀ ਪੈਦਾ ਹੁੰਦਾ ਹੈ। ਗੁਰੂ ਮਹਾਰਾਜ ਕਥਨ ਕਰਦੇ ਨੇ, ਸਿਮਰਤ ਸ਼ਾਸਤਰ ਅੰਤ ਨ ਜਾਣੈ। ਸਿਮਰਤੀਆਂ ਅਤੇ ਸ਼ਾਸਤਰਾਂ ਦੁਆਰਾ ਪਰਮਾਤਮਾ ਦਾ ਅੰਤ ਨਹੀਂ ਜੇ ਪਾਇਆ ਜਾ ਸਕਦਾ ਹੈ। ਮੂਰਖ ਅੰਧਾ ਤਤ ਨ ਪਛਾਣੈ। ਮੂਰਖ ਬੰਦਾ, ਅੰਨਾ ਬੰਦਾ, ਅਗਿਆਨੀ ਬੰਦਾ, ਅਵਿਦਿਆ ਦੇ ਸਹਿਤ ਬੰਦਾ ਤਤ ਵਸਤੂ ਨੂੰ ਪਛਾਣਦਾ ਨਹੀਂ। ਤਤ ਕੀ ਹੈ? ਜਿਵੇਂ ਸਾਧ ਸੰਗਤ ਜੀ ਦੁੱਧ ਦੇ ਵਿੱਚ ਤਤ ਵਸਤੂ ਕੀ ਹੈ? ਮੱਖਣ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਲੱਕੜ ਦੇ ਵਿੱਚ ਤਤ ਵਸਤੂ ਕੀ ਹੈ? ਅਗਨੀ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਆਸਮਾਨ ਦੇ ਵਿੱਚ ਤਤ ਵਸਤੂ ਕੀ ਹੈ? ਨਿਰਖੋਪਤਾ ਹੈ। ਧਰਤੀ ਦੇ ਵਿੱਚ ਤਤ ਵਸਤੂ ਕੀ ਹੈ? ਸੁਗੰਧੀ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹ ਤਤ ਵਸਤੂਆਂ ਨੂੰ ਪਛਾਣਦਾ ਨਹੀਂ ਬੰਦਾ। ਇਸ ਤਰ੍ਹਾਂ ਜਦੋਂ ਤੱਕ ਪਰਮੇਸ਼ਰ ਦੀ ਕਿਰਪਾ ਨਹੀਂ ਹੁੰਦੀ,
ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏਂਦਾ। ਪਰਮਾਤਮਾ ਆਪੇ ਕਰੇ ਆਪੇ ਕਰਦਾ ਹੈ ਤੇ ਕਰਾਏ ਆਪ ਹੀ। ਸਾਧ ਸੰਗਤ ਜੀ, ਪਰਮਾਤਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਕਰਾਏ ਆਪ ਪਾਲਣਾ ਕਰਦਾ ਹੈ ਤੇ ਕਰਤਾ ਆਪ ਹੀ। ਸਾਧ ਸੰਗਤ ਜੀ, ਸ੍ਰਿਸ਼ਟੀ ਦੇ ਤਾਂ ਹੀ ਲੈਤਾ ਕਰਦਾ ਹੈ। ਆਪ ਹੀ ਸਾਧ ਸੰਗਤ ਜੀ ਅਗਿਆਨ ਵੀ ਪੈਦਾ ਕਰਦਾ ਹੈ, ਆਪ ਹੀ ਸਾਧ ਸੰਗਤ ਜੀ ਗਿਆਨ ਵੀ ਪੈਦਾ ਕਰਦਾ ਹੈ ਤੇ ਆਪ ਹੀ ਆਪਣੇ ਆਪ ਦੇ ਵਿੱਚ ਕਰਾਏ ਮਿਲਾ ਵੀ ਲੈਂਦਾ ਹੈ। ਆਪੇ ਭਰਮ ਭੁਲਾਏਦਾ ਤੇ ਆਪੇ ਪਰਮਾਤਮਾ ਸਾਧ ਸੰਗਤ ਜੀ ਭਰਮ ਦੇ ਵਿੱਚ ਪਾ ਵੀ ਦਿੰਦਾ ਹੈ। ਇਸ ਤਰ੍ਹਾਂ ਇਹ ਬਹੁਤ ਉੱਚੀ ਦ੍ਰਿਸ਼ਟੀ ਦੇ ਨਾਲ ਗੁਰੂ ਮਹਾਰਾਜ ਇਹਨਾਂ ਪੰਕਤੀਆਂ ਦਾ ਉਚਾਰਨ ਕਰ ਰਹੇ ਨੇ। ਕਹਿੰਦੇ ਸਾਰਾ ਕੁਝ ਪਰਮੇਸ਼ਰ ਦੇ ਹੱਥ ਵੱਸ ਹੈ। ਜਦੋਂ ਸਾਧ ਸੰਗਤ ਜੀ ਦ੍ਰਿਸ਼ਟੀ ਦੀ ਗੱਲ ਆਉਂਦੀ ਹੈ, ਦੋ ਤਰ੍ਹਾਂ ਦੀ ਦ੍ਰਿਸ਼ਟੀ ਵਿਦਵਾਨ ਜ਼ਿਕਰ ਕਰਦੇ ਨੇ। ਇੱਕ ਸ਼ੇਰ ਦ੍ਰਿਸ਼ਟੀ ਹੁੰਦੀ ਹੈ, ਇੱਕ ਕੁੱਕਰ ਦ੍ਰਿਸ਼ਟੀ ਹੁੰਦੀ ਹੈ। ਜਦੋਂ ਕੁੱਤੇ ਦੇ ਡਾਂਗ ਮਾਰੀਏ ਤੇ ਕੁੱਤਾ ਕੀ ਕਰਦਾ ਹੈ, ਤੇ ਡਾਂਗ ਨੂੰ ਦੰਦੀ ਵੱਢਦਾ ਹੈ, ਡਾਂਗ ਨੂੰ ਫੜਨ ਦਾ ਯਤਨ ਕਰਦਾ ਹੈ ਵੀ ਡਾਂਗ ਨੂੰ ਫੜ ਲਈਏ, ਪਰ ਉਹਨੂੰ ਇਹ ਨਹੀਂ ਪਤਾ ਉਹ ਡਾਂਗ ਜਿਹਦੇ ਹੱਥ ਦੇ ਵਿੱਚ ਹੈ ਉਹਨੂੰ ਫੜਨਾ ਚਾਹੀਦਾ ਹੈ। ਅਤੇ ਜੇ ਸ਼ੇਰ ਨੂੰ ਕੋਈ ਡਾਂਗ ਮਾਰੇ ਅਤੇ ਸ਼ੇਰ ਡਾਂਗ ਨੂੰ ਚੱਬਣ ਦਾ ਯਤਨ ਨਹੀਂ ਕਰਦਾ, ਉਹ ਸਿੱਧਾ ਹੀ ਛਾਲ ਮਾਰਦਾ ਉਹਦੇ ਉੱਤੇ ਜਿਹਦੇ ਹੱਥ 'ਚ ਡਾਂਗ ਫੜੀ ਹੈ। ਇਸ ਕਰਕੇ ਸ਼ੇਰ ਦ੍ਰਿਸ਼ਟੀ ਕੀ ਹੈ, ਪਰਮਾਤਮਾ ਹੀ ਸਾਰਾ ਕੁਝ ਕਰਾਉਂਦਾ ਹੈ। ਕੁੱਕਰ ਦ੍ਰਿਸ਼ਟੀ ਕੀ ਹੈ, ਇਹਨੇ ਮੈਨੂੰ ਦੁੱਖ ਦਿੱਤਾ ਜੀ, ਇਹਨੇ ਮੇਰਾ ਕੰਮ ਖਰਾਬ ਕੀਤਾ, ਇਹ ਮੇਰੇ ਕੰਮਾਂ 'ਚ ਵਿਘਨ ਪਾ ਰਿਹਾ ਹੈ। ਇਹ ਸਾਧ ਸੰਗਤ ਜੀ ਕੁੱਕਰ ਦ੍ਰਿਸ਼ਟੀ ਹੈ। ਸ਼ੇਰ ਦ੍ਰਿਸ਼ਟੀ ਕੀ ਹੈ, ਸਾਰਾ ਕੁਝ ਪਰਮੇਸ਼ਰ ਨੂੰ ਜਾਣਨਾ ਕਿ ਇਹ ਪਰਮਾਤਮਾ ਸਾਰਾ ਕੁਝ ਆਪ ਜੀ ਦੇ ਹੱਥ ਵੱਸ ਹੀ ਹੈ। ਇਸ ਤਰ੍ਹਾਂ ਭਗਤ ਫਰੀਦ ਜੀ ਦੇ ਕੋਲ ਕੁਝ ਬੰਦੇ ਆਏ, ਕਹਿਣ ਲੱਗੇ ਮਹਾਂਪੁਰਖੋ ਇਹ ਬਾੜ ਆਈ ਹੈ, ਦੀ ਪਾਣੀ ਸਾਧ ਸੰਗਤ ਜੀ ਹੜ੍ਹ ਜਿਹੜਾ ਹੈ, ਹੜ੍ਹ ਦਾ ਪਾਣੀ ਬਹੁਤ ਪਿੰਡ ਵਿੱਚ ਸਾਧ ਸੰਗਤ ਜੀ ਵੜ ਚੁੱਕਿਆ ਹੈ ਅਤੇ ਸਾਰਾ ਪਿੰਡ ਜਿਹੜਾ ਹੈ ਪਾਣੀ ਦੇ ਵਿੱਚ ਡੁੱਬ ਜਾਵੇਗਾ, ਵੀ ਤੁਸੀਂ ਅਰਦਾਸ ਕਰੋ। ਅਤੇ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਗਏ ਨੇ ਅਤੇ ਅਰਦਾਸ ਕੀਤੀ ਹੈ ਵੀ ਤੋ ਵੀ ਲੇਖਾ ਦੇਵਣਾ, ਵੀ ਹੇ ਦਰਿਆ ਵੇਖ ਲਾ, ਜੇ ਇੰਨੇ ਲੋਕਾਂ ਦਾ ਨੁਕਸਾਨ ਹੋਇਆ ਤੈਨੂੰ ਵੀ ਕਿਤੇ ਨਾ ਕਿਤੇ ਲੇਖਾ ਦੇਣਾ ਪਵੇਗਾ, ਅਤੇ ਇਹ ਨਾ ਹੋਵੇ ਵੀ ਤੈਨੂੰ ਵੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਖਿਲਾਰ ਕਰਕੇ ਪੁੱਛਿਆ ਜਾਵੇ ਕਿ ਇੰਨੇ ਬੰਦੇ ਤੋਂ ਕਿਉਂ ਮਾਰੇ ਨੇ। ਜਦੋਂ ਅਰਦਾਸ ਕਰਨ ਤੋਂ ਬਾਅਦ ਵੀ ਹੜ੍ਹ ਦਾ ਪਾਣੀ ਨਹੀਂ ਰੁਕਿਆ, ਫਿਰ ਆਪੇ ਸਾਧ ਸੰਗਤ ਜੀ ਕਈ ਲੈ ਕਰਕੇ ਨਾ ਜਿਹੜੀਆਂ ਸਾਧ ਸੰਗਤ ਜੀ ਕੰਢਾਂ ਨੇ ਨਾ, ਉਹਨਾਂ ਨੂੰ ਸਾਧ ਸੰਗਤ ਜੀ ਆਪੇ ਢਾਉਣ ਲੱਗ ਪਏ ਤਾਂ ਕਿ ਹੋਰ ਪਾਣੀ ਜਿਹੜਾ ਹੈ ਉਹ ਸਾਧ ਸੰਗਤ ਜੀ ਪਿੰਡ ਦੇ ਵਿੱਚ ਵੜ ਜਾਵੇ। ਕਿਉਂਕਿ ਵਾਹਿਗੁਰੂ ਦਾ ਜੇ ਹੁਕਮ ਹੈ ਨਾ, ਅਤੇ ਫਿਰ ਚਲੋ ਜੀ, ਜੇ ਹੁਕਮ ਹੈ ਅਤੇ ਸਾਧ ਸੰਗਤ ਜੀ ਠੀਕ ਹੈ, ਫਿਰ ਡੋਬ ਦਿਓ ਮਹਾਰਾਜ। ਪਰਮਾਤਮਾ ਦੇ ਹੁਕਮ ਦੇ ਵਿੱਚ ਜੇ ਪਿੰਡ ਡੁੱਬਦਾ ਹੈ, ਡੋਬ ਦਿਓ ਪਰਮਾਤਮਾ ਜੀ, ਸਤ ਬਚਨ ਜੀ। ਅਤੇ ਜਦੋਂ ਸਾਧ ਸੰਗਤ ਜੀ ਕੰਢਾ ਢਾਉਣ ਲੱਗ ਪਏ ਨਾ, ਅਤੇ ਨਾਲ ਹੀ ਸਾਧ ਸੰਗਤ ਜੀ ਜਿਹੜਾ ਨਦੀ ਦਾ ਪਾਣੀ ਸੀ ਉਹ ਉਤਰ ਗਿਆ ਹੇਠਾਂ ਨੂੰ। ਇਸ ਤਰ੍ਹਾਂ ਆਪੇ ਕਰੇ ਕਰਾਏ ਕਰਤਾ, ਆਪੇ ਭਰਮ ਭੁਲਾਏਦਾ। ਆਪੇ ਪਰਮਾਤਮਾ ਸਾਰੀਆਂ ਵਸਤਾਂ ਨੂੰ, ਸਾਰੀਆਂ ਪਦਾਰਥਾਂ ਨੂੰ ਕਰਦਾ ਹੈ, ਬਣਾਉਂਦਾ ਹੈ। ਆਪ ਹੀ ਆਪਣੇ ਆਪ ਦੇ ਵਿੱਚ ਜੋਤ ਜਿਹੜੀ ਹੈ ਖਿੱਚ ਲੈਂਦਾ ਹੈ। ਆਪੇ ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ। ਸਭ ਕਿਛ ਆਪੇ ਆਪ ਕਰਾਏ, ਸਾਰਾ ਕੁਝ ਪਰਮਾਤਮਾ ਆਪ ਹੀ ਕਰਤਾ ਹੈ। ਆਪੇ ਸਿਰ ਸਿਰ ਧੰਦੇ ਲਾਏ, ਆਪ ਹੀ ਸਾਧ ਸੰਗਤ ਜੀ ਸਾਰੇ ਜੀਵ ਜਨਤਾ ਦੇ ਤਾਈਂ ਵੱਖੋ ਵੱਖਰੇ ਧੰਦਿਆਂ ਦੇ ਵਿੱਚ ਪਾਇਆ ਹੋਇਆ ਹੈ। ਆਪੇ ਥਾਪ ਥਾਪੇ ਵੇਖੈ, ਆਪੇ ਸਾਧ ਸੰਗਤ ਜੀ ਸੰਸਾਰ ਨੂੰ ਸਥਿਤ ਕਰਦਾ ਹੈ। ਅਤੇ ਆਪੇ ਸਾਧ ਸੰਗਤ ਜੀ ਪਰਮਾਤਮਾ ਉਥਾਪੇ ਕਹਿੰਦੇ ਨੇ, ਨਾਸ਼ ਵੀ ਆਪੇ ਕਰਦਾ ਹੈ। ਅਤੇ ਨਾਸ਼ ਕਰਕੇ ਫਿਰ ਆਪੇ ਵੇਖਦਾ ਵੀ ਹੈ। ਵੇਖੈ ਵਿਗਸੈ, ਵੇਖ ਕਰਕੇ ਫਿਰ ਸਾਧ ਸੰਗਤ ਜੀ ਵਿਗਸੈ ਖੁਸ਼ ਵੀ ਹੁੰਦਾ ਹੈ। ਇਸ ਤਰ੍ਹਾਂ ਪਰਮਾਤਮਾ ਦਾ ਇਹ ਖੇਲ ਹੈ। ਆਪੇ ਸੰਸਾਰ ਦੀ ਉਤਪੱਤੀ ਕਰਦਾ ਹੈ, ਜੀਵ ਦੇ ਤਾਈਂ ਮਾਦਾ ਦੇ ਗਰਭ ਦੇ ਵਿੱਚ ਉਤਪੰਨ ਕਰਦਾ ਹੈ, ਉਹਦੀ ਪਾਲਣਾ ਵੀ ਆਪ ਕਰਦਾ ਹੈ। ਅਤੇ ਸਾਧ ਸੰਗਤ ਜੀ ਕਾਲ ਰੂਪ ਹੋ ਕਰਕੇ, ਮੌਤ ਰੂਪ ਹੋ ਕਰਕੇ ਉਥਾਪੇ ਨਾਸ਼ ਵੀ ਆਪ ਕਰਦਾ ਹੈ। ਇਸ ਤਰ੍ਹਾਂ ਸਾਰਾ ਕੁਝ ਉਸ ਪਰਮੇਸ਼ਰ ਦੇ ਹੱਥ ਵਿੱਚ ਹੈ। ਗੁਰਮੁਖ ਆਪ ਬੁਝਾਏਦਾ,
ਇਸ ਰਮਜ਼ ਨੂੰ ਗੁਰਮੁਖ ਹੀ ਜਾਣਦੇ ਨੇ। ਜਿਹੜੇ ਮਨਮੁਖ ਨੇ ਉਹ ਨਹੀਂ ਜਾਣ ਸਕਦੇ ਕਿ ਸਾਰਾ ਕੁਝ ਪਰਮਾਤਮਾ ਹੀ ਕਰਾਉਂਦਾ ਹੈ। ਉਹ ਤਾਂ ਸਾਧ ਸੰਗਤ ਜੀ ਉਹਨਾਂ ਦੀ ਦ੍ਰਿਸ਼ਟੀ ਇਹੋ ਜਿਹੀ ਹੁੰਦੀ ਹੈ, ਉਹ ਕਹਿੰਦੇ ਨੇ ਮੈਂ ਹੀ ਕਰਦਾ ਸਾਰਾ ਕੁਝ, ਮੈਂ ਹੀ ਪਰਿਵਾਰ ਦੀ ਪਰਵਰਿਸ਼ ਕਰਦਾ ਹਾਂ, ਇਹ ਸਾਰੇ ਕੰਮ ਮੈਂ ਹੀ ਕਰਦਾ ਹਾਂ। ਜੇ ਮੈਂ ਨਾ ਹੋਵਾਂ ਫਿਰ ਤਾਂ ਘਰ ਦਾ ਸਾਧ ਸੰਗਤ ਕੋਈ ਕੰਮ ਹੋਵੇ ਹੀ ਨਾ। ਇਸ ਤਰ੍ਹਾਂ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਆਪ ਬੁਝਾਏ ਦਾ। ਗੁਰਮੁਖ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਵਾਲੇ ਪਾਸੇ ਲਾਇਆ ਹੋਇਆ ਹੈ, ਉਹ ਸਾਧ ਸੰਗਤ ਜੀ ਆਪ ਇਸ ਰਮਜ਼ ਦੇ ਤਾਈਂ ਉਹਨਾਂ ਨੇ ਬੁੱਝ ਲਿਆ ਹੈ, ਸਮਝ ਲਿਆ ਹੈ। ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਪੈਦਾ ਹੋ ਗਿਆ ਹੈ। ਗੁਰਮੁਖ ਆਪ ਬੁਝਾਏਂਦਾ, ਸੱਚਾ ਸਾਹਿਬ ਗਹਿਰ ਗੰਭੀਰਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਤਿੰਨਾਂ ਕਾਲਾਂ ਦੇ ਵਿੱਚ, ਤੇ ਸਾਹਿਬ ਹੈ, ਸਾਰਿਆਂ ਦਾ ਮਾਲਕ ਹੈ, ਤੇ ਗਹਿਰ ਗੰਭੀਰ ਹੈ। ਗਹਿਰ ਕਹਿੰਦੇ ਨੇ ਸਾਧ ਸੰਗਤ ਜੀ ਨਿਰਹਲ ਹੈ, ਗੰਭੀਰ ਕਹਿੰਦੇ ਨੇ ਡੂੰਘਾ ਹੈ। ਡੂੰਘਾ ਦਾ ਭਾਵ ਜਦੋਂ ਸਾਧ ਸੰਗਤ ਜੀ ਆਪਾਂ ਨਦੀ ਦੇ ਵਿੱਚ ਖਲੋਈਏ ਨਾ, ਤੇ ਆਪਾਂ ਕਹਿੰਦੇ ਹਾਂ ਯਾਰ ਗੋਡਿਆਂ ਗੋਡਿਆਂ ਭਾਰ ਪਾਣੀ ਹੈ, ਜਾਂ ਫਿਰ ਆਪਾਂ ਕਹਿੰਦੇ ਹਾਂ ਯਾਰ ਨਦੀ ਦਾ ਪਾਣੀ ਲੱਕ ਤੱਕ ਹੈ, ਇਸ ਤਰ੍ਹਾਂ। ਜਾਂ ਫਿਰ ਕਹਿੰਦੇ ਯਾਰ 5 ਫੁੱਟ ਤੱਕ ਪਾਣੀ ਹੈ, ਜਾਂ ਫਿਰ 10 ਫੁੱਟ ਤੱਕ। ਅਤੇ ਜਿਹੜਾ ਥਾਂ ਹੀ ਨਾ ਹੋਵੇ, ਪੈਰ ਥੱਲੇ ਲੱਗਣ ਹੀ ਨਾ, ਡੂੰਘਾ ਹੋਵੇ ਅਤੇ ਅੰਤ ਹੀ ਨਾ ਹੋਵੇ, ਅੰਦਰਲਾ ਸਾਧ ਸੰਗਤ ਜੀ ਉਹਨੂੰ ਕਹਿੰਦੇ ਨੇ ਕਿ ਇਹ ਬਹੁਤ ਹੀ ਗੰਭੀਰ ਹੈ, ਗਹਿਰਾ ਹੈ, ਅੰਤ ਹੀ ਨਹੀਂ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਪਰਮਾਤਮਾ ਗਹਿਰ ਗੰਭੀਰ ਹੈ, ਉਹਦਾ ਕੋਈ ਅੰਤ ਨਹੀਂ ਹੈ, ਕੋਈ ਥਾਂ ਨਹੀਂ ਹੈ, ਕੋਈ ਟਿਕਾ ਨਹੀਂ ਹੈ। ਇੰਨਾ ਸਾਧ ਸੰਗਤ ਜੀ ਪਰਮਾਤਮਾ ਡੂੰਘਾ ਹੈ। ਸਦਾ ਸਲਾਹੀ ਤਾਂ ਮਨ ਧੀਰਾ। ਮਨ ਨੂੰ ਸਾਧ ਸੰਗਤ ਜੀ ਧੀਰਜਤਾ ਤਾਂ ਪ੍ਰਾਪਤ ਹੁੰਦੀ ਹੈ, ਮਨ ਟਿਕਦਾ ਉਦੋਂ ਹੈ ਜਦੋਂ ਸਦਾ ਸਲਾਹੀ, ਸਦਾ ਹਮੇਸ਼ਾ ਹਮੇਸ਼ਾ ਪਰਮਾਤਮਾ ਦੀ ਸਲਾਹੁਤਾ ਕਰਨਾ ਕਰੀਏ, ਪਰਮਾਤਮਾ ਦੇ ਗੁਣਾਂ ਨੂੰ ਗਾਉਣੀ ਗਾਈਏ, ਫਿਰ ਮਨ ਜਿਹੜਾ ਹੈ ਉਹ ਟਿਕਦਾ ਹੈ। ਉਹ ਕਿਉਂ ਟਿਕਦਾ ਹੈ? ਪਰਮਾਤਮਾ ਨੇ ਤਾਂ ਕਿਹਾ ਨਹੀਂ ਕਿ ਮੇਰੇ ਗੁਣ ਗਾਓ, ਜਾਂ ਫਿਰ ਕੀ ਹੈ ਪਰਮਾਤਮਾ ਨੂੰ ਕਈ ਤਾਰਕਿਕ ਕਹਿੰਦੇ ਨੇ ਲੈ ਜੀ ਇਹ ਤਾਂ ਰਿਸ਼ਵਤ ਦੇਣੀ ਹੋ ਗਈ, ਵੀ ਪਰਮਾਤਮਾ ਦਾ ਨਾਮ ਜਪੋ ਤਾਂ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਹੋਵੇਗੀ, ਜੇ ਨਾ ਨਾਮ ਜਪਾਂਗੇ ਫਿਰ ਖੁਸ਼ੀ ਨਹੀਂ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਨਹੀਂ ਭਾਈ ਗੁਰਮੁਖੋ, ਮਨ ਜਿਹੜਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਪਰਮਾਤਮਾ ਦੀ ਅੰਸ਼ ਹੋਣ ਕਰਕੇ ਉਹ ਸਾਧ ਸੰਗਤ ਜੀ ਆਪਣੇ ਪਰਮ ਆਤਮਾ ਦੇ ਵੱਲ ਜਿਹੜਾ ਸਾਧ ਸੰਗਤ ਜੀ ਮਨ ਦਾ ਅੰਸ਼ ਹੈ ਉਹ ਖਿੱਚਦਾ ਹੈ। ਇਸ ਤਰ੍ਹਾਂ ਜੇ ਉਸ ਨੂੰ ਆਤਮਾ ਦੀ ਅਧਿਆਤਮਿਕਤਾ ਦੀ ਖੁਰਾਕ ਨਾ ਪ੍ਰਾਪਤ ਹੋਵੇ, ਉਹਨੇ ਫਿਰ ਵਿਗੜਨਾ ਹੀ ਹੈ। ਜਿਵੇਂ ਸਾਧ ਸੰਗਤ ਜੀ ਨਦੀਆਂ ਦਾ ਸਾਧ ਸੰਗਤ ਜੀ ਪਾਣੀ ਜਿਹੜਾ ਹੈ ਉਹ ਸਮੁੰਦਰ ਦੇ ਵਿੱਚ ਜਾ ਕਰਕੇ ਮਿਲਦਾ ਹੈ। ਨਦੀਆਂ ਜਿਹੜੀਆਂ ਨੇ ਜਿਵੇਂ ਗੰਗੋਤਰੀ ਹੈ, ਗੰਗੋਤਰੀ ਤੋਂ ਗੰਗਾ ਚੱਲਦੀ ਹੈ, ਯਮਨੋਤਰੀ ਤੋਂ ਯਮੁਨਾ 'ਚ ਪੈਦਾ ਹੋਈ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਕਈ ਨਦੀਆਂ ਦਾ ਉਗਮ ਜਿਹੜਾ ਹੈ ਉਹ ਪਹਾੜਾਂ ਵਿੱਚੋਂ ਹੁੰਦਿਆਂ ਹੋਇਆਂ ਨਦੀਆਂ ਜਿਹੜੀਆਂ ਨੇ ਸਮੁੰਦਰ ਵੱਲ ਜਾਂਦੀਆਂ ਨੇ। ਉੱਚਾ ਸਾਧ ਸੰਗਤ ਉੱਚੇ ਥਾਵਾਂ ਤੋਂ ਨਦੀਆਂ ਜਿਹੜੀਆਂ ਨੇ ਉਹ ਫੁੱਟਦੀਆਂ ਨੇ, ਉੱਥੋਂ ਪਾਣੀ ਉਹਨਾਂ ਦਾ ਨਿਕਲਦਾ ਹੈ, ਅਤੇ ਜਦੋਂ ਨਿਕਲਦਾ ਹੈ ਉਦੋਂ ਤਾਂ ਉਹਨਾਂ ਦਾ ਪਾਣੀ ਬੜਾ ਸਾਫ਼ ਹੁੰਦਾ ਹੈ, ਬੜਾ ਨਿਰਮਲ, ਬੜਾ ਪਵਿੱਤਰ, ਪੀਣ ਯੋਗ ਹੁੰਦਾ ਹੈ। ਅਤੇ ਜਾਂਦਿਆਂ ਸ਼ਹਿਰਾਂ ਵਿੱਚੋਂ ਸਾਧ ਸੰਗਤ ਜੀ ਪਿੰਡਾਂ ਵਿੱਚੋਂ ਇਸ ਤਰ੍ਹਾਂ ਹੁੰਦਿਆਂ ਹੋਇਆਂ ਜਦੋਂ ਨਦੀ ਦਾ ਪਾਣੀ ਸਮੁੰਦਰ ਤੱਕ ਜਾਂਦਾ ਹੈ ਨਾ, ਅਤੇ ਨਦੀ ਦਾ ਪਾਣੀ ਬਹੁਤ ਮੈਲਾ ਹੋ ਜਾਂਦਾ ਹੈ, ਬਹੁਤ ਗੰਦਗੀ ਦੇ ਨਾਲ ਭਰ ਜਾਂਦਾ ਹੈ। ਪਰ ਇੰਨੀ ਗੰਦਗੀ ਦੇ ਨਾਲ ਭਰਨ ਦੇ ਬਾਅਦ ਵੀ ਸਮੁੰਦਰ ਨੂੰ ਸਾਧ ਸੰਗਤ ਜੀ ਕਦੀ ਕਿਸੇ ਨੇ ਗੰਦਾ ਨਹੀਂ ਕਿਹਾ। ਸਮੁੰਦਰ ਦੇ ਵਿੱਚ ਖਾਰਾਪੁਣਾ ਹੁੰਦਾ ਹੈ, ਜਿਹਦੇ ਕਰਕੇ ਸਾਰੀ ਗੰਦਗੀ ਨੂੰ ਉਹ ਗਾਲ ਦਿੰਦਾ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਮਨ ਜਿਹੜਾ ਹੈ ਉਹ ਅੰਸ਼ਾ ਅੰਸ਼ੀ ਭਾਵ ਹੁੰਦਾ ਹੈ ਮਨ ਦੇ ਵਿੱਚ। ਉਹ ਪਰਮ ਆਤਮਾ ਦੀ ਆਤਮਾ ਹੋਣ ਕਰਕੇ ਮਨ ਜਿਹੜਾ ਹੈ ਉਹ ਸਾਧ ਸੰਗਤ ਜੀ ਨਿਰਮਲ ਤਾਂ ਹੁੰਦਾ ਹੈ। ਜਦੋਂ ਬੱਚਾ ਹੁੰਦਾ ਹੈ ਬੜਾ ਹਿਰਦਾ ਨਿਰਮਲ ਹੁੰਦਾ ਹੈ, ਪਰ ਜਿਵੇਂ ਵੱਡਾ ਹੁੰਦਾ ਹੈ, ਕਾਮ ਦਾ ਸਾਧ ਸੰਗਤ ਜੀ, ਕ੍ਰੋਧ ਦਾ, ਲੋਭ ਦਾ, ਲਾਲਚ ਦਾ, ਸ਼ਬਦ ਸਪਰਸ਼ ਰੂਪ ਰਸ ਗੰਧ, ਨਿੰਦਿਆ ਚੁਗਲੀ, ਦਵੈਸ਼ ਈਰਖਾ, ਇਹ ਸਾਰੀਆਂ ਮੈਲਾਂ ਜਿਹੜੀਆਂ ਨੇ ਇਹ ਸਾਧ ਸੰਗਤ ਜੀ ਝੂਰਨਾ ਆਦਿਕ ਇਹ ਮਨ ਵਿੱਚ ਲੱਗ ਜਾਂਦੀਆਂ ਨੇ।
ਤੇ ਜਦੋਂ ਬੁੱਢਾ ਹੋ ਜਾਂਦਾ ਹੈ ਬਹੁਤ ਹਿਰਦਾ ਮੈਲਾ ਹੋ ਜਾਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਬੰਦੇ ਦੀ ਹਾਲਤ ਹੁੰਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਮਨਾ, ਆਪਣੇ ਆਪ ਨੂੰ ਪਛਾਣ ਤੋਂ ਨਿਰਮਲ ਪਵਿੱਤਰ ਆਤਮਾ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਆਪਣੀ ਜੋਤ ਨੂੰ ਆਪਣੇ ਅੰਸ਼ ਨੂੰ ਸਮਝਣਾ ਕਰ। ਇਸੇ ਕਰਕੇ ਸਦਾ ਸਲਾਹੀ ਹਮੇਸ਼ਾ ਹਮੇਸ਼ਾ ਉਸ ਸਮੁੰਦਰ ਦੇ ਤਾਈਂ ਆਰਾਧਨਾ ਕਰ। ਉਸ ਪਰਮ ਆਤਮਾ, ਪਰਮ ਜੋਤੀ, ਪਰਮ ਬ੍ਰਹਮ ਨੂੰ ਯਾਦ ਕਰਨਾ ਕਰ, ਜਿਹਦੇ ਕਰਕੇ ਮਨ ਜਿਹੜਾ ਹੈ ਟਿਕਣਾ ਕਰੇ। ਅਗਮ ਅਗੋਚਰ ਕੀਮਤ ਨਹੀਂ ਪਾਈ। ਗਮਤਾ ਤੋਂ ਰਹਿਤ ਇੰਦਰੀਆਂ ਦੇ ਸਾਧ ਸੰਗਤ ਜਿਸ ਵਿਸ਼ੇ ਤੋਂ ਪਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਨਹੀਂ ਪਾਈ ਜਾਂਦੀ। ਗੁਰਮੁਖ ਮਨ ਵਸਾਏਂਦਾ। ਗੁਰਮੁਖ ਜਿਹੜੇ ਨੇ ਉਸ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲੈਂਦੇ ਹਨ। ਆਪ ਨਿਰਾਲਮ ਹੋਰ ਧੰਦੈ ਲੋਈ। ਆਪ ਪਰਮਾਤਮਾ ਅਸੰਗ ਹੈ, ਨਿਰਲੇਪ ਹੈ ਤੇ ਸਾਰਾ ਸੰਸਾਰ ਧੰਦਿਆਂ ਦੇ ਵਿੱਚ ਫਸਾਇਆ ਹੋਇਆ ਹੈ। ਗੁਰ ਪ੍ਰਸਾਦੀ ਬੂਝੈ ਕੋਈ। ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਹੀ ਕੋਈ ਇਸ ਗੱਲ ਨੂੰ ਸਮਝ ਸਕਦਾ ਹੈ। ਨਾਨਕ ਨਾਮ ਵਸੈ ਘਟ ਅੰਤਰ। ਗੁਰੂ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਘਟ ਹਿਰਦੇ ਦੇ ਵਿੱਚ ਜਦੋਂ ਵਸਦਾ ਹੈ। ਗੁਰਮਤਿ ਮੇਲ ਮਿਲਾਏਂਦਾ। ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਬੁੱਧੀ ਜਿਹੜੀ ਹੈ ਆਤਮ ਵਿਸ਼ੈਣੀ ਬਣ ਜਾਵੇ, ਗੁਰੂ ਦੀ ਮਤ ਵਾਲੀ ਬੁੱਧੀ ਹੋਵੇ, ਮੇਲ ਮਿਲਾਏਦਾ, ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਮਿਲਾਪ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਇਸ ਸ਼ਬਦ ਦੀ ਇੱਥੇ ਸੰਪੂਰਨਤਾ ਹੋਈ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਗੁਰੂ ਮਹਾਰਾਜ ਕਿਣਕਾ ਇੱਕ ਜਿਸ ਜੀਅ ਬਸਾਵੈ, ਤਾਂ ਕਿ ਮਹਿਮਾ ਗਨੀ ਨ ਆਵੈ। ਕਿਨਕਾ ਮਾਤਰ ਨਾਮ ਸਾਡੇ ਹਿਰਦੇ ਦੇ ਵਿੱਚ ਵਸਾਉਣ, ਜਿਹਦੇ ਕਰਕੇ ਸਾਡਾ ਵੀ ਲੋਕ ਤੇ ਪਰਲੋਕ ਸੁਹੇਲਾ ਹੋਵੇ। ਸਮੇਂ ਦੀ ਸਮਾਪਤੀ, ਸ਼ਬਦ ਦੀ ਸੰਪੂਰਨਤਾ ਹੈ ਜੀ। ਆਪ ਨਿਰਾਲਮ ਹੋਰ ਧੰਦੈ ਲੋਈ। ਗੁਰ ਪ੍ਰਸਾਦੀ ਬੂਝੈ ਕੋਈ। ਨਾਨਕ ਨਾਮ ਵਸੈ ਘਟ ਅੰਤਰ। ਗੁਰਮਤਿ ਮੇਲ ਮਿਲਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ। ਜੀਉ ਪਿੰਡ ਸਭ ਤੇਰੀ ਰਾਸ।